प्यारे विद्यार्थियों, मैं करनैल सिंह नरमान लैक्चरर इतिहास सरकारी सीनियर सैकेंडरी स्कूल नदामपुर ਜ਼ਿਲ੍ਹਾ ਸੰਗਰੂਰ ਤੁਹਾਨੂੰ ਅੱਜ ਭਾਰਤੀ ਇਤਿਹਾਸ ਦੇ ਇੱਕ ਨਵੇਂ ਕਾਲ ਸਲਤਨਤ ਕਾਲ ਬਾਰੇ ਪੜ੍ਹਾਵਾਂਗਾ। ਪਿਆਰੇ ਵਿਦਿਆਰਥੀਓ, ਰਾਜਪੂਤ ਕਾਲ ਦੇ ਅਖੀਰ ਤੋਂ ਸਲਤਨਤ ਕਾਲ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਮੁਹੰਮਦ ਗੌਰੀ ਦੀ ਰਾਜਪੂਤ ਰਾਜਾਂ ਉੱਤੇ ਜਿੱਤ ਦੇ ਫਲਸਰੂਪ ਉੱਤਰੀ ਭਾਰਤ ਦੇ ਵਿੱਚ ਰਾਜਸਥਾਨ ਨੂੰ ਛੱਡ ਕੇ, ਜਿਸ ਤਰ੍ਹਾਂ ਤੁਸੀਂ ਹਰਾ ਰੰਗ ਦੇਖ ਰਹੇ ਹੋ ਨਕਸ਼ੇ ਦੇ ਵਿੱਚ, ਤੁਰਕੀ ਰਾਜ ਸੀ ਜਿਹੜਾ ਉਹ ਸਥਾਪਿਤ ਹੋ ਗਿਆ ਸੀ। ਮੁਹੰਮਦ ਗੌਰੀ ਤੋਂ ਪਹਿਲਾਂ ਮੁਹੰਮਦ ਗਜ਼ਨਵੀ ਨੇ ਭਾਰਤ ਦੇ ਉੱਤੇ, ਜਿਵੇਂ ਤੁਸੀਂ ਪੜ੍ਹਿਆ ਕਿ 17 ਹਮਲੇ ਕੀਤੇ, ਪਰ ਉਹਦੇ ਹਮਲਿਆਂ ਦਾ ਜਿਹੜਾ ਉਦੇਸ਼ ਸੀਗਾ ਇੱਥੇ ਰਾਜ ਸਥਾਪਿਤ ਕਰਨਾ ਨਹੀਂ ਸੀਗਾ। ਉਹ ਇੱਥੋਂ ਧਨ ਦੌਲਤ ਲੁੱਟ ਕੇ ਲੈ ਕੇ ਜਾਂਦਾ ਤੇ ਵਾਪਸ ਆਪਣੇ ਦੇਸ਼ ਚਲਾ ਜਾਂਦਾ। ਪਰ ਮੁਹੰਮਦ ਗੌਰੀ ਦੇ ਹਮਲਿਆਂ ਦਾ ਉਦੇਸ਼ ਕੁਝ ਵੱਖਰਾ ਸੀ। ਮੁਹੰਮਦ ਗੌਰੀ ਇੱਥੇ ਜਦੋਂ ਆ ਕੇ ਜਿੱਤਦਾ ਤਾਂ ਆਪਣੇ ਇੱਕ ਦਾਸ ਨੂੰ, ਦਾਸ ਮੀਨਜ਼ ਗੁਲਾਮ ਖਰੀਦਿਆ ਹੋਇਆ ਇਨਸਾਨ, ਆਪਣੇ ਦਾਸ ਕੁਤਬਦੀਨ ਨੂੰ ਭਾਰਤ ਦੇ ਵਿੱਚ ਛੱਡ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ, ਮੁਹੰਮਦ ਗੌਰੀ ਦਾ ਇੱਕ ਦਾਸ ਕੁਤਬਦੀਨ ਐਬਕ ਭਾਰਤ ਵਿੱਚ ਤੁਰਕੀ ਰਾਜ ਦਾ ਮੋਢੀ ਸੀ। ਦਾਸ ਜਾਂ ਗੁਲਾਮ ਵੰਸ਼ ਤੋਂ ਬਾਅਦ ਖਲਜੀ ਆਏ, ਖਲਜੀਆਂ ਤੋਂ ਬਾਅਦ ਤੁਗਲਕ ਆਏ, ਤੁਗਲਕਾਂ ਤੋਂ ਬਾਅਦ ਸੈਯਦ ਆਏ, ਸੈਯਦਾਂ ਤੋਂ ਬਾਅਦ ਲੋਧੀ ਆਏ ਅਤੇ ਲੋਧੀਆਂ ਦਾ ਅੰਤ ਆ ਕੇ ਮੁਗਲਾਂ ਨੇ ਕੀਤਾ। ਇਸ ਤਰ੍ਹਾਂ ਦਾਸ ਵੰਸ਼ ਦੇ ਸ਼ਾਸਕਾਂ ਨੂੰ, ਖਲਜੀ ਵੰਸ਼ ਦੇ, ਤੁਗਲਕ, ਸੈਯਦ ਅਤੇ ਲੋਧੀ ਵੰਸ਼ ਦੇ ਸ਼ਾਸਕਾਂ ਨੂੰ ਦਿੱਲੀ ਦੇ ਸੁਲਤਾਨ ਕਿਹਾ ਜਾਂਦਾ ਹੈ। ਇਹਨਾਂ ਦੇ ਰਾਜ ਨੂੰ ਦਿੱਲੀ ਸਲਤਨਤ ਕਿਹਾ ਜਾਂਦਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਭਾਰਤ ਵਿੱਚ ਜਿਹੜਾ ਤੁਰਕ ਰਾਜ ਦਾ ਮੋਢੀ ਸੀ ਉਹ ਸੀ ਕੁਤਬਦੀਨ ਐਬਕ। ਕੁਤਬਦੀਨ ਐਬਕ ਕੌਣ ਸੀ? ਇਹ ਮੁਹੰਮਦ ਗੌਰੀ ਦਾ ਇੱਕ ਦਾਸ ਸੀ। ਇਸ ਨੂੰ ਮੁਹੰਮਦ ਗੌਰੀ ਨੇ ਖਰੀਦਿਆ ਸੀ। ਮੁਹੰਮਦ ਗੌਰੀ ਦੀ ਮੌਤ ਤੋਂ ਬਾਅਦ 1206 ਦੇ ਵਿੱਚ ਮੁਹੰਮਦ ਗੌਰੀ ਦੀ ਮੌਤ ਹੁੰਦੀ ਹੈ ਅਤੇ ਕੁਤਬਦੀਨ ਐਬਕ ਹੈ ਜਿਹੜਾ ਇਹ ਸੁਲਤਾਨ ਬਣਿਆ। ਉਹਨੇ ਆਪਣੀ ਰਾਜਧਾਨੀ ਲਾਹੌਰ ਨੂੰ ਬਣਾਇਆ। ਕਿਉਂਕਿ ਉਸ ਟਾਈਮ ਜਿਹੜਾ ਸੀਗਾ ਗਜਨੀ ਵਾਲੀ ਸਾਈਡ ਤੋਂ ਲਾਹੌਰ ਇੱਕ ਪ੍ਰਮੁੱਖ ਸ਼ਹਿਰ ਸੀ, ਇਸ ਕਰਕੇ ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਇਹਦੇ ਨਾਲ, ਕਿਉਂਕਿ ਉਹਨਾਂ ਦਾ ਰਾਜ ਸੀਗਾ ਜਿਹੜਾ ਉੱਤਰ ਭਾਰਤ ਦੇ ਵਿੱਚ ਜ਼ਿਆਦਾ ਫੈਲਿਆ ਹੋਇਆ ਸੀਗਾ, ਇੱਥੋਂ ਕੰਟਰੋਲ ਕਰਨਾ ਉਹਨਾਂ ਨੂੰ ਹੀ ਸੰਭਵ ਸੀ। ਕੁਤਬਦੀਨ ਐਬਕ ਨੇ ਚੰਗਾ ਰਾਜ ਪ੍ਰਬੰਧ ਹੈ ਜਿਹੜਾ ਉਹ ਸਥਾਪਿਤ ਕੀਤਾ। ਉਸਨੇ ਜਿਹੜੀਆਂ ਉਹ ਚੰਗਾ ਨਿਆਂ ਦਿੱਤਾ ਲੋਕਾਂ ਨੂੰ। ਇੱਥੇ ਕੁਤਬ ਮੀਨਾਰ ਹੈ ਜਿਹੜਾ ਅਸੀਂ ਦੇਖਦੇ ਹਾਂ, ਉਹਦੀ ਉਸਾਰੀ ਦਾ ਕੰਮ ਆਰੰਭ ਕਰਵਾਇਆ। ਜਿਹੜਾ ਕੁਤਬਦੀਨ ਐਬਕ ਸੀ ਉਹ ਇੱਕ ਨਿਆਂ ਪ੍ਰੇਮੀ ਸ਼ਾਸਕ ਸੀਗਾ। ਦਿਆਲੂ ਔਰ ਦਾਨੀ ਹੋਣ ਕਾਰਨ ਕੁਤਬਦੀਨ ਐਬਕ ਨੂੰ ਲੱਖ ਬਖਸ਼ ਜਾਂ ਲੱਖ ਦਾਤਾ ਵੀ ਕਿਹਾ ਜਾਂਦਾ ਸੀ। 1210 ਦੇ ਵਿੱਚ ਚੌਗਾਨ ਖੇਡਦੇ ਸਮੇਂ ਘੋੜੇ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਚੌਗਾਨ ਇੱਕ ਪੋਲੋ ਵਰਗੀ ਖੇਡ ਹੁੰਦੀ ਹੈ ਪਿਆਰੇ ਵਿਦਿਆਰਥੀਓ, ਜਿਹੜੀ ਘੋੜਿਆਂ ਦੇ ਉੱਤੇ ਖੇਡੀ ਜਾਂਦੀ ਹੈ, ਹਾਕੀ ਟਾਈਪ। ਉਹ ਖੇਡਦੇ ਸਮੇਂ ਮੁਹੰਮਦ ਜਿਹੜਾ ਕੁਤਬਦੀਨ ਐਬਕ ਸੀ ਉਹ ਘੋੜੇ ਤੋਂ ਡਿੱਗ ਪਿਆ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕੁਤਬਦੀਨ ਐਬਕ ਤੋਂ ਬਾਅਦ ਉਸ ਦਾ ਜਿਹੜਾ ਪੁੱਤਰ ਹੈ ਆਰਾਮ ਸ਼ਾਹ, ਉਹ ਸ਼ਾਸਕ ਬਣਿਆ। ਪਰੰਤੂ ਜਿਹੜਾ ਆਰਾਮ ਸ਼ਾਹ ਸੀ ਉਹ ਯੋਗ ਸ਼ਾਸਕ ਨਹੀਂ ਸੀ। ਤਾਂ ਕੁਤਬਦੀਨ ਐਬਕ ਦੇ ਇੱਕ ਗੁਲਾਮ ਨੇ, ਜਿਹਨੂੰ ਇਲਤੁਤਮਿਸ, ਕਿਤੇ ਕਿਤੇ ਅਸੀਂ ਅਲਤਮਸ ਵੀ ਕਹਿੰਦੇ ਹਾਂ, ਉਸਨੇ ਉਹਨੂੰ ਬੰਦੀ ਬਣਾ ਲਿਆ ਅਤੇ ਇਲਤੁਤਮਿਸ ਹੈ ਜਿਹੜਾ ਆਪ ਸ਼ਾਸਕ ਬਣ ਗਿਆ। ਹੁਣ ਦੇਖੋ, ਜਿਹੜਾ ਇਲਤੁਤਮਿਸ ਹੈ ਉਹ ਸ਼ਾਸਕ ਤਾਂ ਬਣ ਗਿਆ, ਪਰ ਉਹਦਾ ਜਿਹੜਾ ਸਿੰਘਾਸਨ ਸੀ ਉਹ ਕੋਈ ਫੁੱਲਾਂ ਦੀ ਸੇਜ ਨਹੀਂ ਸੀ, ਕਿਉਂਕਿ ਚਾਰ ਪਾਸਿਓਂ ਉਹਦਾ ਵਿਰੋਧ ਹੋ ਰਿਹਾ ਸੀਗਾ। ਉਹਦੇ ਮੁੱਖ ਵਿਰੋਧੀ ਸੀਗੇ ਤਾਜੁਦੀਨ ਜਲਦੌਜ, ਨਸੀਰੂਦੀਨ ਕਵਾਚਾ। ਬੰਗਾਲ ਦੇ ਵਿੱਚ ਵਿਦਰੋਹ ਹੋ ਰਿਹਾ ਸੀ। ਜਿਹੜੀਆਂ ਰਾਜਪੂਤ ਰਿਆਸਤਾਂ ਸੀਗੀਆਂ ਉਹ ਵੀ ਅਜੇ ਸ਼ਕਤੀਸ਼ਾਲੀ ਸੀਗੀਆਂ। ਸਭ ਤੋਂ ਅਹਿਮ ਚੀਜ਼ ਕੀ ਸੀ ਕਿ ਜਿਹੜੇ ਮੰਗੋਲ ਸੀਗੇ, ਮੰਗੋਲਾਂ ਦੇ ਹਮਲਿਆਂ ਦਾ ਡਰ ਸੀਗਾ, ਜਿਹੜਾ ਪਹਿਲੀ ਵਾਰ ਜਿਹੜਾ ਪ੍ਰਗਟ ਹੁੰਦਾ ਹੈ ਇਲਤੁਤਮਿਸ ਦੇ ਕਾਲ ਦੇ ਵਿੱਚ ਪ੍ਰਗਟ ਹੁੰਦਾ ਹੈ। ਕਈ ਵਾਰ ਸਾਨੂੰ ਮੁਕਾਬਲੇ ਦੀ ਪ੍ਰੀਖਿਆ ਦੇ ਵਿੱਚ ਸਵਾਲ ਆਉਂਦਾ ਹੈ ਕਿ ਭਾਰਤ ਦੇ ਵਿੱਚ ਮੰਗੋਲ ਹਮਲਿਆਂ ਦਾ ਪਹਿਲੀ ਵਾਰੀ ਜਿਹੜਾ ਡਰ ਹੈ
ਜਾਂ ਆਪਾਂ ਕਹਿੰਦੇ ਨਾ ਖਤਰਾ ਮੰਡਰਾਉਣ ਲੱਗਦਾ, ਉਹ ਕਿਹਦੇ ਕਾਲ ਦੇ ਵਿੱਚ ਮੰਡਰਾਉਂਦਾ ਹੈ? ਉਹ ਇਲਤੁਤਮਿਸ਼ ਦੇ ਕਾਲ ਦੇ ਵਿੱਚ ਪੈਦਾ ਹੁੰਦਾ ਹੈ। ਪਰ ਇਲਤੁਤਮਿਸ਼ ਹੈ ਜਿਹੜਾ ਉਹਦੇ ਲਈ ਇੱਕ ਹੋਰ ਸਮੱਸਿਆ ਸੀ ਕਿ ਉਹ ਗੁਲਾਮ ਸੀ, ਕਿਉਂਕਿ ਉਹਦਾ ਮਾਲਕ ਵੀ ਗੁਲਾਮ ਸੀ, ਉਹ ਵੀ ਗੁਲਾਮ ਸੀਗਾ। ਉਹ ਕਿਹਦਾ ਗੁਲਾਮ ਸੀ? ਕੁਤਬਦੀਨ ਐਬਕ ਦਾ। ਉਹਨੇ ਸਭ ਤੋਂ ਪਹਿਲਾਂ ਲਾਹੌਰ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ। ਲਾਹੌਰ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ। ਇਲਤੁਤਮਿਸ਼ ਦੀ ਇੱਕ ਹੋਰ ਪ੍ਰਾਪਤੀ ਹੈ, ਉਹਨੇ ਤਾਂਬੇ ਦਾ ਜੀਤਲ ਅਤੇ ਚਾਂਦੀ ਦਾ ਟੰਕਾ ਨਾਮਕ ਜਿਹੜੇ ਸਿੱਕੇ ਨੇ ਉਹ ਚਲਾਏ। ਆਮ ਮੁਕਾਬਲੇ ਦੀ ਪ੍ਰੀਖਿਆ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ, ਜੀਤਲ ਤੇ ਟੰਕਾ ਕਿਸ ਨੇ ਚਲਾਏ, ਜਾਂ ਜੀਤਲ ਕਿਸ ਧਾਤ ਦਾ ਬਣਿਆ ਸਿੱਕਾ ਸੀ, ਤਾਂਬੇ ਦਾ, ਟੰਕਾ ਕਿਸ ਧਾਤ ਦਾ ਬਣਿਆ ਸੀ, ਚਾਂਦੀ ਦਾ। ਪਿਆਰੇ ਵਿਦਿਆਰਥੀਓ, ਇਹ ਜਿਹੜੇ ਫੈਕਟ ਨੇ ਇਹਨਾਂ ਨੂੰ ਯਾਦ ਰੱਖਿਆ ਕਰੋ। ਸ਼ਾਸਨ ਪ੍ਰਬੰਧ ਹੈ ਜਿਹੜਾ, ਉਹਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਲਤੁਤਮਿਸ਼ ਨੇ ਇਕਤਾ ਪ੍ਰਣਾਲੀ ਹੈ ਜਿਹੜੀ ਉਹ ਸਥਾਪਿਤ ਕੀਤੀ ਅਤੇ ਚਾਲੀਸਾ ਦਾ ਗਠਨ ਕੀਤਾ। ਜਿਹੜੀ ਇਕਤਾ ਪ੍ਰਣਾਲੀ ਹੈ ਉਹ ਬੇਸਿਕਲੀ ਕੀ ਸੀ ਕਿ ਜਿਹੜੇ ਸਰਕਾਰੀ ਕਰਮਚਾਰੀ ਸੀ, ਅਧਿਕਾਰੀ ਸੀਗੇ ਜਾਂ ਅਹਿਲਕਾਰ ਸੀਗੇ, ਉਹਨਾਂ ਨੂੰ ਜ਼ਮੀਨ ਦੀ ਜਗ੍ਹਾ ਨਗਦ ਤਨਖਾਹ ਦੀ ਜਗ੍ਹਾ ਜ਼ਮੀਨ ਦਾ ਇੱਕ ਟੁਕੜਾ ਦਿੱਤਾ ਜਾਂਦਾ ਸੀ। ਉਹ ਟੁਕੜੇ ਨੂੰ ਇਕਤਾ ਕਿਹਾ ਜਾਂਦਾ ਸੀਗਾ। ਇਲਤੁਤਮਿਸ਼ ਨੇ ਰਾਜਪੂਤ ਰਿਆਸਤਾਂ ਦੇ ਉੱਤੇ ਆਪਣੀ ਜਿੱਤ ਪ੍ਰਾਪਤ ਕੀਤੀ ਤੇ ਮੰਗੋਲਾਂ ਦੇ ਹਮਲਿਆਂ ਦਾ ਜਿਹੜਾ ਡਰ ਸੀ ਉਹਨੂੰ ਵੀ ਟਾਲ ਦਿੱਤਾ। ਇਲਤੁਤਮਿਸ਼ ਨੇ ਆਪਣੀ ਸੂਝ-ਬੂਝ ਦੇ ਨਾਲ, ਕਿਉਂਕਿ ਜਿਹੜਾ ਜਲਾਲੂਦੀਨ ਮੰਗਵਾਰਨੀ ਸੀਗਾ ਉਹਨੂੰ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹਨੇ ਮੰਗੋਲਾਂ ਦੇ ਵਿਰੁੱਧ ਮਦਦ ਮੰਗੀ ਸੀਗੀ ਇਲਤੁਤਮਿਸ਼ ਤੋਂ, ਕਿਉਂਕਿ ਇਲਤੁਤਮਿਸ਼ ਨੂੰ ਪਤਾ ਸੀ ਕਿ ਉਹਦਾ ਜਿਹੜਾ ਰਾਜ ਹੈ ਨਵਾਂ ਹੈ ਔਰ ਉਹਦੇ ਵਿਰੋਧੀ ਵੀ ਕਾਫੀ ਨੇ। ਜੇ ਉਹ ਮੰਗੋਲਾਂ ਵਰਗੀ ਸ਼ਕਤੀ ਨਾਲ ਉਲਝੇਗਾ ਤੇ ਇੱਥੇ ਸਲਤਨਤ ਹੈ ਜਿਹੜਾ ਉਹਦਾ ਖਾਤਮਾ ਹੋ ਜਾਵੇਗਾ। ਇਲਤੁਤਮਿਸ਼ ਨੇ 1211 ਤੋਂ ਲੈ ਕੇ 1235 ਤੱਕ ਸ਼ਾਸਨ ਕੀਤਾ। ਹੁਣ ਗੱਲ ਕਰਦੇ ਹਾਂ ਚਾਲੀਸਾ। ਇੱਕ ਸ਼ਬਦ ਬੋਲਿਆ ਸੀ ਚਾਲੀਸਾ। ਚਾਲੀਸਾ ਕੀ ਹੈ, ਕੀ ਸੀਗਾ ਪਿਆਰੇ ਵਿਦਿਆਰਥੀਓ? ਇਲਤੁਤਮਿਸ਼ ਨੇ ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਲਈ 40 ਤੁਰਕ ਸਰਦਾਰਾਂ ਦੀ ਇੱਕ ਸੰਸਥਾ ਸਥਾਪਿਤ ਕੀਤੀ। ਕਿਹਨਾਂ ਦੀ? ਤੁਰਕ ਸਰਦਾਰਾਂ ਦੀ। 40 ਤੁਰਕ ਸਰਦਾਰ ਸੀਗੇ, ਉਹਨਾਂ ਦੀ ਇੱਕ ਸੰਸਥਾ ਸਥਾਪਿਤ ਕੀਤੀ ਜਿਸ ਨੂੰ ਚਹਿਲਗਾਨੀ ਜਾਂ ਚਾਲੀਸਾ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਪਿਆਰੇ ਵਿਦਿਆਰਥੀਓ, ਜਿਸ ਚੀਜ਼ ਦੇ ਫਾਇਦੇ ਹੁੰਦੇ ਨੇ ਉਹਦੇ ਅੱਗੇ ਜਾ ਕੇ ਨੁਕਸਾਨ ਵੀ ਹੁੰਦੇ ਨੇ, ਕਿਉਂਕਿ ਇਲਤੁਤਮਿਸ਼ ਵਰਗੇ ਸ਼ਕਤੀਸ਼ਾਲੀ ਜਾਂ ਕਾਬਲ ਸ਼ਾਸਕ ਦੇ ਕਾਲ ਦੇ ਵਿੱਚ ਤਾਂ ਜਿਹੜਾ ਚਾਲੀਸਾ ਸੀਗਾ ਇਹ ਸਹੀ ਤਰੀਕੇ ਨਾਲ ਕੰਮ ਕਰਦਾ ਰਿਹਾ, ਪਰੰਤੂ ਉਸ ਦੀ ਮੌਤ ਤੋਂ ਬਾਅਦ ਜਿਹੜੇ ਚਾਲੀਸਾ ਦੇ ਸਰਦਾਰ ਸੀਗੇ ਇਹ ਇੰਨੇ ਸ਼ਕਤੀਸ਼ਾਲੀ ਹੋ ਗਏ, ਜਾਂ ਚਾਲੀਸਾ ਇੰਨਾ ਸ਼ਕਤੀਸ਼ਾਲੀ ਹੋ ਗਿਆ ਕਿ ਇਹਦੇ ਮੈਂਬਰ ਤੁਰਕ ਸਰਦਾਰ ਆਪਣੀਆਂ ਮਨਮਰਜ਼ੀਆਂ ਕਰਨ ਲੱਗੇ। ਇਹ ਲੋਕ ਕੀ ਕਰਦੇ ਸੀਗੇ, ਸ਼ਾਹੀ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ, ਆਪਣੀ ਪਸੰਦ ਦੇ ਵਿਅਕਤੀ ਨੂੰ ਸੁਲਤਾਨ ਬਣਾ ਦਿੰਦੇ ਤੇ ਜਦੋਂ ਮਨ ਕਰਦਾ ਇਹ ਗੱਦੀ ਤੋਂ ਉਤਾਰ ਦਿੰਦੇ। ਰੁਕਨੂਦੀਨ ਫਿਰੋਜ਼, ਰਜ਼ੀਆ ਸੁਲਤਾਨ, ਬਹਿਰਾਮ ਸ਼ਾਹ, ਅਲਾਉਦੀਨ ਮਸੂਦ ਅਤੇ ਨਸੀਰੂਦੀਨ ਮਹਿਮੂਦ ਆਦਿ ਜਿਹੜੇ ਸੁਲਤਾਨ ਹੋਏ ਨੇ ਇਲਤੁਤਮਿਸ਼ ਤੋਂ ਬਾਅਦ, ਉਹਨਾਂ ਨੂੰ ਜਿਹੜਾ ਚਾਲੀਸਾ ਦੇ ਜਿਹੜੇ ਸਰਦਾਰ ਸੀਗੇ ਆਪਦੀਆਂ ਉਂਗਲਾਂ ਤੇ ਨਚਾਉਂਦੇ ਰਹੇ। ਕਦੇ ਉਹ ਗੱਦੀ ਤੇ ਬਿਠਾ ਦਿੰਦੇ ਸੀਗੇ, ਜਦੋਂ ਮਨ ਕਰਦਾ ਸੀਗਾ ਉਹਨਾਂ ਦਾ ਹਿੱਤ ਪੂਰਾ ਹੋ ਜਾਂਦਾ ਸੀਗਾ, ਜਾਂ ਹਿੱਤ ਦੀ ਪੂਰਤੀ ਹੁੰਦੀ ਨਹੀਂ ਦਿਖਾਈ ਦਿੰਦੀ ਸੀ ਉਸ ਸਮੇਂ ਉਹ ਗੱਦੀ ਤੋਂ ਉਤਾਰ ਦਿੰਦੇ ਸੀਗੇ। ਨਸੀਰੂਦੀਨ ਦੀ ਮੌਤ ਤੋਂ ਬਾਅਦ ਬਲਬਨ ਹੈ ਜਿਹੜਾ ਉਹ ਸੁਲਤਾਨ ਬਣਦਾ, ਗਿਆਸੂਦੀਨ ਬਲਬਨ, ਕਿਉਂਕਿ ਉਹ ਖੁਦ ਚਾਲੀਸਾ ਦਾ ਮੈਂਬਰ ਸੀ, ਪਰ ਚਾਲੀਸਾ ਦਾ ਅੰਤ ਵੀ ਬਲਬਨ ਹੀ ਕਰਦਾ ਹੈ। ਹੁਣ ਅੱਗੇ ਦੇਖਦੇ ਹਾਂ ਰਜ਼ੀਆ ਸੁਲਤਾਨ। ਕਿਉਂਕਿ ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਰੁਕਨੂਦੀਨ ਫਿਰੋਜ਼ ਸ਼ਾਸਕ ਬਣਿਆ ਜੋ ਇੱਕ ਅਯੋਗ ਹਾਕਮ ਸੀ। ਉਸ ਤੋਂ ਬਾਅਦ ਇਲਤੁਤਮਿਸ਼ ਦੀ ਪੁੱਤਰੀ ਰਜ਼ੀਆ ਬੇਗਮ 1236 ਦੇ ਵਿੱਚ ਰਾਜ ਗੱਦੀ ਤੇ ਬੈਠਦੀ ਹੈ। ਕਿਉਂਕਿ ਔਰਤ ਹੋਣ ਕਾਰਨ ਉਹਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇੱਕ ਤਾਂ ਇਸਲਾਮੀ ਸੰਸਾਰ ਸੀ, ਦੂਸਰਾ ਉਹ ਮੱਧਕਾਲ ਸੀਗਾ, ਉਸ ਦੇ ਵਿੱਚ ਇੱਕ ਔਰਤ ਦਾ ਗੱਦੀ ਦੇ ਉੱਤੇ ਬੈਠਣਾ ਜਿਹੜਾ ਪੁਰਸ਼ ਪ੍ਰਧਾਨ ਸਮਾਜ ਸੀਗਾ ਉਹਨੂੰ ਗਵਾਰਾ ਨਹੀਂ ਹੁੰਦਾ ਸੀ। ਤੇ ਰਜ਼ੀਆ ਬੇਗਮ ਜਿਹੜੀ ਸੀ ਭਾਰਤ ਦੀ ਪਹਿਲੀ ਮੁਸਲਿਮ ਸ਼ਾਸਕ ਔਰਤ ਬਣੀ, ਉਹਨੂੰ ਜਾਣੀ ਕਿ ਪਹਿਲੀ ਮੁਸਲਿਮ ਔਰਤ ਸ਼ਾਸਕ ਹੋਣ ਦਾ ਮਾਣ ਹਾਸਲ ਹੈ।
रजिया बेगम ने 1236 तो 1240 तक शासन किया। इस तो बाद बहराम शाह, अलाउद्दीन मसूद, नसीरुद्दीन महमूद नामक ਜਿਹੜੇ अयोग ने ਉਹ शासक होए और इन्होंने 1240 तो 1266 तक शासन किया। असल ਵਿੱਚ इल्तुतमिश ਦੀ मौत ਤੋਂ ਬਾਅਦ ਜਿਹੜਾ ਚਾਲੀਸਾ ਸੀਗਾ, ਮੈਂ ਪਹਿਲਾਂ ਵੀ ਕਿਹਾ ਕਿ ਉਹ ਇੰਨਾ ਸ਼ਕਤੀਸ਼ਾਲੀ ਹੋ ਗਿਆ ਸੀ ਕਿ ਜਿਹੜੇ ਤੁਰਕ ਸਰਦਾਰ ਸੀਗੇ ਆਪਦੀ ਇੱਛਾ ਦੇ ਨਾਲ ਜਿਹਨੂੰ ਚਾਹੁੰਦੇ ਗੱਦੀ ਤੇ ਬਿਠਾ ਦਿੰਦੇ ਸੀਗੇ, ਜਿਹਨੂੰ ਚਾਹੁੰਦੇ ਇਹ ਗੱਦੀ ਤੋਂ ਉਤਾਰ ਦਿੰਦੇ ਸੀਗੇ। ਹੁਣ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਪਿਆਰੇ ਵਿਦਿਆਰਥੀਓ ਸਕਰੀਨ ਦੇ ਉੱਤੇ, ਇਹ ਗਿਆਸੂਦੀਨ ਬਲਬਨ ਹੈ। ਗਿਆਸੂਦੀਨ ਬਲਬਨ ਸਲਤਨਤ ਦਾ ਇੱਕ ਅਜਿਹਾ ਨਾਮ ਜਿਹੜਾ ਆਪਣੀ ਲਹੂ ਤੇ ਲੋਹੇ ਦੀ ਨੀਤੀ ਕਾਰਨ ਪ੍ਰਸਿੱਧ ਹੋਇਆ। ਆਮ ਜਿਹੜੀਆਂ ਪ੍ਰੀਖਿਆਵਾਂ ਦੇ ਵਿੱਚ ਬਲਬਨ ਦੀ ਲਹੂ ਤੇ ਲੋਹੇ ਦੀ ਨੀਤੀ ਭਾਵ ਕਿ ਇੱਕ ਸਖਤੀ ਦੀ ਨੀਤੀ ਜਾਂ ਉਹਦਾ ਰਾਜਤਵ ਦਾ ਸਿਧਾਂਤ ਆ ਜਿਹੜਾ ਉਹ ਮਹੱਤਵਪੂਰਨ ਪ੍ਰਸ਼ਨ ਬਣਦੇ ਨੇ, ਕਿਉਂਕਿ ਇੱਥੋਂ ਇੱਕ ਨਵੀਂ ਦਿਸ਼ਾ ਦਿੰਦਾ ਇਹ ਸ਼ਾਸਨ ਕਰਨ ਦੀ। ਹੁਣ ਤੁਸੀਂ ਦੇਖਦੇ ਆ ਜਿਹੜਾ ਗਿਆਸੂਦੀਨ ਬਲਬਨ ਹੈ ਉਹ ਵੀ ਇਲਤੁਤਮਿਸ਼ ਦਾ ਗੁਲਾਮ ਸੀ, ਭਾਵ ਕਿ ਖਰੀਦਿਆ ਹੋਇਆ ਇਨਸਾਨ ਸੀ। ਕਰੂਪ ਹੋਣ ਕਾਰਨ ਇਹਨੂੰ ਪਹਿਲਾਂ ਹੋਰ ਛੋਟੇ ਮੋਟੇ ਕੰਮਾਂ ਦੇ ਉੱਤੇ ਲਾਇਆ ਗਿਆ, ਜੋ ਆਪਣੀ ਮਿਹਨਤ ਤੇ ਸਵਾਮੀ ਭਗਤੀ ਦੇ ਫਲਸਰੂਪ ਤਰੱਕੀ ਕਰਕੇ ਨਸੀਰੁद्दीन महमूद ਦੇ ਕਾਲ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚ ਗਿਆ ਔਰ ਫਿਰ 1266 ਈਸਵੀ ਦੇ ਵਿੱਚ ਜਿਹੜਾ ਇਹ ਸੁਲਤਾਨ ਬਣਿਆ। ਪਿਆਰੇ ਵਿਦਿਆਰਥੀਓ, ਜਦੋਂ ਜਿਵੇਂ ਅਸੀਂ ਦੇਖਦੇ ਹਾਂ ਕਿ ਬਲਬਨ ਦੇ ਨਾਲ ਇੱਕ ਕੁਐਸਚਨ ਹੋਰ ਮਸ਼ਹੂਰ ਹੈ, ਇਸ ਨੂੰ ਗੁਲਾਮਾਂ ਦਾ ਗੁਲਾਮ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਇਸ ਦਾ ਜਿਹੜਾ ਮਾਲਕ ਸੀ ਇਲਤੁਤਮਿਸ਼, ਉਹ ਵੀ ਗੁਲਾਮ ਸੀ। ਕਿਸ ਦਾ ਗੁਲਾਮ ਸੀ? ਕੁਤਬਦੀਨ ਐਬਕ ਦਾ। ਜਿਹੜਾ ਅੱਗੋਂ ਕੁਤਬਦੀਨ ਐਬਕ ਸੀ ਉਹ ਵੀ ਮੁਹੰਮਦ ਗੌਰੀ ਦਾ ਗੁਲਾਮ ਸੀ। ਇਸ ਕਰਕੇ ਬਲਬਨ ਨੂੰ ਗੁਲਾਮਾਂ ਦਾ ਗੁਲਾਮ ਵੀ ਕਿਹਾ ਜਾਂਦਾ ਹੈ। ਬਲਬਨ ਨੂੰ ਜਿਹੜਾ ਬਲਬਨ ਦਾ ਮਾਲਕ ਸੀਗਾ ਜਿਹੜਾ ਬਲਬਨ ਦਾ, ਉਹ ਸੀਗਾ ਇਲਤੁਤਮਿਸ਼। ਇਲਤੁਤਮਿਸ਼ ਦਾ ਮਾਲਕ ਸੀਗਾ ਕੁਤਬਦੀਨ ਐਬਕ ਤੇ ਕੁਤਬਦੀਨ ਐਬਕ ਦਾ ਮਾਲਕ ਸੀਗਾ ਮੁਹੰਮਦ ਗੌਰੀ। ਹੁਣ ਅਸੀਂ ਦੇਖਦੇ ਹਾਂ ਜਿਹੜੀਆਂ ਗਿਆਸੂਦੀਨ ਬਲਬਨ ਦੀਆਂ ਸਫਲਤਾਵਾਂ ਨੇ, ਇਹਦੇ ਵਿੱਚ ਇਹਦੀ ਸਫਲਤਾ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਲਹੂ ਤੇ ਲੋਹੇ ਦੀ ਨੀਤੀ। ਪਿਆਰੇ ਵਿਦਿਆਰਥੀਓ, ਇਹਨੂੰ ਇਹ ਨੀਤੀ ਕਿਉਂ ਅਪਣਾਉਣੀ ਪਈ? ਕਿਉਂਕਿ ਬਲਬਨ ਨੇ ਇੱਕ ਚੀਜ਼ ਦੇਖੀ, ਜਦੋਂ ਉਹ ਗੱਦੀ ਦੇ ਉੱਤੇ ਬੈਠਿਆ ਉਹਨੇ ਇੱਕ ਚੀਜ਼ ਦੇਖੀ ਕਿ ਚਾਰੇ ਪਾਸੇ ਜਿਹੜੀ ਹੈ ਅਰਾਜਕਤਾ ਫੈਲੀ ਹੋਈ ਹੈ। ਜਿਹੜੇ ਹਿੰਦੂ ਜਿਹੜੀਆਂ ਸਟੇਟਾਂ ਸੀਗੀਆਂ ਉਹਨਾਂ ਦੇ ਵਿੱਚ ਵਿਦਰੋਹ ਹੋ ਰਿਹਾ ਸੀਗਾ, ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀਗਾ, ਮਾਰਕਾਟ ਹੋ ਰਹੀ ਸੀਗੀ। ਅਜਿਹੀ ਸਥਿਤੀ ਦੇ ਵਿੱਚ ਬਲਬਨ ਆਪਣੇ ਇੱਕ ਨੀਤੀ ਅਪਣਾਉਂਦਾ ਹੈ ਕਿ ਉਹ ਦੇਖਦਾ ਕਿ ਜਿੱਤਾਂ ਦਾ ਵਕਤ ਨਹੀਂ ਹੈਗਾ, ਹੁਣ ਵਕਤ ਕੀ ਹੈ, ਜਿੰਨਾ ਕੁ ਰਾਜ ਮੈਨੂੰ ਵਿਰਸੇ ਦੇ ਵਿੱਚ ਮਿਲਿਆ, ਭਾਵ ਕਿ ਇਲਤੁਤਮਿਸ਼ ਜਾਂ ਕੁਤਬਦੀਨ ਐਬਕ ਤੋਂ ਮਿਲਿਆ, ਉਸ ਰਾਜ ਨੂੰ ਸੰਗਠਿਤ ਕੀਤਾ ਜਾਵੇ। ਇਹ ਉਹ ਨੀਤੀ ਅਪਣਾਉਂਦਾ ਹੈ। ਬਲੱਡ ਐਂਡ ਆਇਰਨ ਪਾਲਿਸੀ ਸਭ ਤੋਂ ਪਹਿਲਾਂ ਮੇਵਾਤੀਆਂ ਦਾ ਦਮਨ ਕਰਦਾ ਹੈ। ਮੇਵਾਤ ਦੇ ਇਲਾਕੇ ਦੇ ਇਰਦ ਗਿਰਦ ਜਿਹੜੇ ਦਿੱਲੀ ਦੇ, ਜਿਹੜੀ ਆਊਟਰ ਦਿੱਲੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ ਨੇੜੇ ਤੇੜੇ ਜਿਹੜੇ ਵਿਦਰੋਹੀ ਸੀਗੇ, ਜਿਹੜੇ ਲੋਕ ਸੀਗੇ, ਉਹ ਲੁੱਟਮਾਰ ਕਰਦੇ ਸੀਗੇ, ਲੋਕਾਂ ਨੂੰ ਲੁੱਟਣਾ ਮਾਰਨਾ। ਔਰ ਬਲਬਨ ਨੇ ਇੱਕ ਸਖਤੀ ਦੇ ਨਾਲ ਇਹਨਾਂ ਦਾ ਦਮਨ ਕੀਤਾ। ਜਿਹੜਾ ਦੁਆਬ ਹੈ, ਦੁਆਬ ਦੇ ਵਿੱਚ ਸ਼ਾਂਤੀ ਦੀ ਸਥਾਪਨਾ ਕੀਤੀ। ਦੁਆਬ ਦੇ ਵਿੱਚ ਜਿਹੜੇ ਡਾਕੂ ਸੀਗੇ ਉਹ ਲੋਕਾਂ ਨੂੰ ਲੁੱਟਦੇ ਸੀਗੇ ਔਰ ਮਾਰ ਦਿੰਦੇ ਸੀਗੇ। ਬਲਬਨ ਨੇ ਸਖਤੀ ਦੇ ਨਾਲ ਜੰਗਲਾਂ ਨੂੰ ਅੱਗ ਲਗਵਾ ਦਿੱਤੀ, ਨਵੀਆਂ ਚੌਂਕੀਆਂ ਸਥਾਪਿਤ ਕਰਾਤੀਆਂ। ਉੱਥੋਂ ਕੀ ਹੈ, ਇੱਕ ਅਜਿਹਾ ਸੰਦੇਸ਼ ਦਿੱਤਾ ਕਿ ਕਿਸੇ ਦਾ ਦੁਬਾਰਾ, ਜਿਵੇਂ ਆਪਾਂ ਕਹਿੰਦੇ ਹਾਂ, ਹੌਸਲਾ ਨਾ ਪਵੇ ਕਿਸੇ ਨੂੰ ਲੁੱਟਣ ਦਾ, ਮਾਰਨ ਦਾ। ਕਟਹੇਰ ਦੇ ਹਿੰਦੂਆਂ ਦਾ ਦਮਨ। ਕਟਹੇਰ ਦੇ ਵਿੱਚ ਹਿੰਦੂ ਸੀਗੇ ਜਿਹੜੇ ਉਹਨਾਂ ਨੇ ਵਿਦਰੋਹ ਕੀਤਾ ਹੋਇਆ ਸੀਗਾ, ਕਿਉਂਕਿ ਇਸਲਾਮੀ ਸੱਤਾ ਨੂੰ ਮੰਨਣ ਤੋਂ ਇਨਕਾਰੀ ਸੀਗੇ। ਤਾਂ ਬਲਬਨ ਨੇ ਉੱਥੇ ਇੱਕ ਆਦੇਸ਼ ਦਿੱਤਾ ਕਿ ਕਤਲੇਆਮ ਕੀਤਾ ਜਾਵੇ ਵਿਦਰੋਹੀਆਂ ਦਾ। ਸ਼ਰੇਆਮ ਉਹਨਾਂ ਦਾ ਕਤਲ ਕਰਕੇ ਉਹਨਾਂ ਦਾ ਸ਼ਹਿਰਾਂ ਦੇ ਵਿੱਚ ਜਲੂਸ ਕੱਢਿਆ ਗਿਆ, ਸ਼ਹਿਰ ਦੇ ਵਿੱਚ ਜਲੂਸ ਕੱਢਿਆ ਗਿਆ ਔਰ ਇੰਨਾ ਭੈਭੀਤ ਕਰਤਾ ਲੋਕਾਂ ਨੂੰ ਕਿ ਜਿਹੜੇ ਵਿਦਰੋਹੀ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਕਦੇ ਸਿਰ ਨਹੀਂ ਚੁੱਕਿਆ। ਬਲਬਨ ਦਾ ਸਭ ਤੋਂ ਅਹਿਮ ਕੰਮ ਸੀ ਚਾਲੀਸਾ ਦਾ ਅੰਤ। ਚਾਲੀਸਾ ਜਿਹੜਾ ਆਪਾਂ ਪਹਿਲਾਂ ਕਹਿ ਕੇ ਕਿ ਇਲਤੁਤਮਿਸ਼ ਨੇ ਬਣਾਇਆ ਸੀ,
पर इलतुतमिश दे शासन दे विच तां इह बहुत वधिया काम करदा रहा। इलतुतमिश दी मौत तो बाद ਜਿਹੜੇ ਅਯੋਗ ਸ਼ਾਸਕ ਸੀਗੇ ਉਹਨਾਂ ਦੇ ਸਮੇਂ ਚਾਲੀਸਾ ਦੇ ਸਰਦਾਰ ਸੀਗੇ ਜਿਹੜੇ ਇੰਨੇ ਸ਼ਕਤੀਸ਼ਾਲੀ ਹੋ ਗਏ ਸੀਗੇ ਕਿ ਉਹ ਆਪਣੀ ਮਨਪਸੰਦ ਦਾ ਸ਼ਾਸਕ ਸੀ ਜਿਹੜਾ ਉਹ ਬਣਾ ਲੈਂਦੇ ਸੀਗੇ। ਜਦੋਂ ਉਹਨਾਂ ਦਾ ਮਨ ਕਰਦਾ ਸੀਗਾ ਉਹ ਗੱਦੀ ਤੋਂ ਉਤਾਰ ਦਿੰਦੇ ਸੀਗੇ। ਬਲਬਨ ਨੇ ਜਿਹੜਾ ਕਿਉਂਕਿ ਬਲਬਨ ਖੁਦ ਵੀ ਚਾਲੀਸਾ ਦਾ ਇੱਕ ਮੈਂਬਰ ਸੀ, ਇਸ ਨੇ ਉਹਨਾਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਿਆ ਹੋਇਆ ਸੀ, ਬਹੁਤ ਨੇੜੇ ਤੋਂ ਦੇਖਿਆ ਹੋਇਆ ਸੀ। ਬਲਬਨ ਨੇ ਸਭ ਤੋਂ ਪਹਿਲਾ ਕੰਮ ਕੀਤਾ ਕਿ ਜਿਹੜੇ ਤੁਰਕ ਸਰਦਾਰ ਸੀਗੇ ਚਾਲੀਸਾ ਦੇ ਮੈਂਬਰ ਸੀਗੇ ਉਹਨਾਂ ਨੂੰ ਛੋਟੇ ਛੋਟੇ ਗੁਨਾਹਾਂ ਤੇ ਵੱਡੀਆਂ ਵੱਡੀਆਂ ਸਜ਼ਾਵਾਂ ਦਿੱਤੀਆਂ, ਇੰਨੀਆਂ ਭਿਆਨਕ ਸਜ਼ਾਵਾਂ ਦਿੱਤੀਆਂ ਕਿ ਉਹ ਸਰਦਾਰ ਸੀਗੇ ਜਿਹੜੇ ਡਰ ਗਏ। ਉਹਨਾਂ ਨੇ ਵਿੱਚ ਜਿਹੜੀਆਂ ਕਈ ਤਰ੍ਹਾਂ ਦੀਆਂ ਉਹਨਾਂ ਦੇ ਉੱਤੇ ਪਾਬੰਦੀਆਂ ਲਾਤੀਆਂ। ਅਖੀਰ ਦੇ ਵਿੱਚ ਬਲਬਨ ਨੇ ਜਿਹੜਾ ਚਾਲੀਸਾ ਸੀਗਾ ਉਹਨੂੰ ਉਹਦਾ ਪੂਰੀ ਤਰ੍ਹਾਂ ਖਾਤਮਾ ਕਰਤਾ। ਉਸ ਤੋਂ ਬਾਅਦ ਕੀ ਹੈ, ਸਰਦਾਰਾਂ ਨੂੰ ਕਦੇ ਵੀ ਉਹਨੇ ਸ਼ਕਤੀਸ਼ਾਲੀ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਵੀ ਇੰਨਾ ਸ਼ਕਤੀਸ਼ਾਲੀ ਨਹੀਂ ਹੋਣ ਦਿੱਤਾ ਕਿ ਉਹ ਰਾਜੇ ਦੇ ਅਧਿਕਾਰਾਂ ਨੂੰ ਚੁਣੌਤੀ ਦੇਣ ਲੱਗ ਜਾਣ। ਬੰਗਾਲ ਦਾ ਜਿਹੜਾ ਤੁਗਰਿਲ ਬੇਗ ਸੀਗਾ ਉਹਨੇ ਵਿਦਰੋਹ ਕੀਤਾ ਹੋਇਆ ਸੀ, ਕਿਉਂਕਿ ਬੰਗਾਲ ਤੇ ਦਿੱਲੀ ਦੀ ਦੂਰੀ ਹੋਣ ਕਰਕੇ ਉਹ ਨਜਾਇਜ਼ ਫਾਇਦਾ ਇਹ ਉਠਾ ਰਿਹਾ ਸੀਗਾ ਕਿ ਦਿੱਲੀ ਤੋਂ ਮਦਦ ਹੈ ਜਿਹੜੀ ਉਹ ਬਹੁਤ ਦੇਰ ਨਾਲ ਪਹੁੰਚਦੀ ਸੀਗੀ। ਪਰ ਬਲਬਨ ਨੇ ਸਭ ਤੋਂ ਅਹਿਮ ਕੰਮ ਕੀਤਾ ਕਿ ਉੱਥੇ ਜਿਹੜਾ ਤੁਗਰਿਲ ਬੇਗ ਸੀ ਉਹਦੇ ਵਿਰੁੱਧ ਸੈਨਾ ਭੇਜੀ, ਕਿਉਂਕਿ ਜੇ ਉਸ ਨੂੰ ਥੋੜਾ ਸਮਾਂ ਦਿੱਤਾ ਜਾਂਦਾ ਤਾਂ ਉਹ ਹੋਰ ਸ਼ਕਤੀਸ਼ਾਲੀ ਹੋ ਜਾਂਦਾ। ਇੱਕਦਮ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਸਮੱਸਿਆ ਪੈਦਾ ਹੋਈ ਉਹਦਾ ਉਸੇ ਸਮੇਂ ਹੱਲ ਕਰ ਦਿੱਤਾ। ਤੁਗਰਿਲ ਬੇਗ ਨੂੰ ਮੌਤ ਦੇ ਘਾਟ ਉਤਾਰਤਾ ਤੇ ਬੰਗਾਲ ਵਿੱਚ ਸ਼ਾਂਤੀ ਸਥਾਪਿਤ ਕੀਤੀ ਗਈ। ਅੱਗੇ ਆਉਂਦਾ ਬਲਬਨ ਦਾ ਬਾਦਸ਼ਾਹਤ ਦਾ ਸਿਧਾਂਤ, ਯਾਨੀ ਰਾਜਤਵ ਦਾ, ਕਿੰਗਸ਼ਿਪ ਦਾ ਸਿਧਾਂਤ। ਜਿਹੜਾ ਬਲਬਨ ਸੀਗਾ ਭਾਵੇਂ ਇਹ ਗੁਲਾਮ ਸੀ ਪਰ ਇਹਨੇ ਆਪਦਾ ਸੰਬੰਧ ਇੱਕ ਉੱਚ ਖਾਨਦਾਨ ਦੇ ਨਾਲ, ਇੱਕ ਅਮੀਰ ਵੰਸ਼ ਦੇ ਨਾਲ ਜੋੜਿਆ। ਇਹਨੇ ਸਭ ਤੋਂ ਪਹਿਲਾ ਕੰਮ ਕੀਤਾ, ਇਹਨੇ ਬਾਦਸ਼ਾਹ ਦੇ ਦੈਵੀ ਸਿਧਾਂਤ ਦਾ ਪ੍ਰਚਾਰ ਕੀਤਾ। ਬਾਦਸ਼ਾਹਤ ਦਾ ਦੈਵੀ ਸਿਧਾਂਤ ਕੀ ਹੁੰਦਾ ਹੈ ਕਿ ਜਿਹੜਾ ਰਾਜਾ ਹੈ, ਰਾਜਾ ਧਰਤੀ ਉੱਤੇ ਈਸ਼ਵਰ ਦਾ ਪ੍ਰਤੀਨਿਧੀ ਹੈ। ਈਸ਼ਵਰ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ, ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਜਿਹੜਾ ਬਾਦਸ਼ਾਹ ਹੈ ਉਸ ਨੂੰ ਧਰਤੀ ਦੇ ਉੱਤੇ ਭੇਜਿਆ। ਇਸ ਕਰਕੇ ਜਿਸ ਤਰ੍ਹਾਂ ਈਸ਼ਵਰ ਦੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਇੱਜ਼ਤ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਰਾਜੇ ਦੀ ਵੀ ਇੱਜ਼ਤ ਕੀਤੀ ਜਾਣੀ ਬਣਦੀ ਹੈ। ਬਲਬਨ ਨੇ ਇਹ ਸਿਧਾਂਤ ਪ੍ਰਚਾਰਿਤ ਕੀਤਾ ਕਿ ਈਸ਼ਵਰ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਜਿਹੜਾ ਬਾਦਸ਼ਾਹ ਆਉਂਦਾ ਹੈ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਸਤੇ। ਬਲਬਨ ਨੇ ਆਪਣੇ ਆਪ ਨੂੰ ਸ਼ਾਹੀ ਵੰਸ਼ ਦਾ ਨਾਲ ਜੋੜਿਆ ਔਰ ਉਹਨੇ ਇਹ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਕਿ ਉਸ ਦਾ ਜਿਹੜਾ ਜਨਮ ਹੈ ਇੱਕ ਉੱਚ ਖਾਨਦਾਨ ਦੇ ਵਿੱਚ ਹੋਇਆ ਹੈ। ਇਸ ਕਰਕੇ ਉਸ ਦੇ ਵਿੱਚ ਜਿਹੜੇ ਸ਼ਾਹੀ ਵੰਸ਼ਜ ਦੇ ਮੈਂਬਰਾਂ ਦੇ ਵਿੱਚ ਗੁਣ ਹੁੰਦੇ ਨੇ ਉਹ ਉਸ ਵਿੱਚ ਸਾਰੇ ਮੌਜੂਦ ਨੇ। ਬਲਬਨ ਨੇ ਆਪਣੇ ਬਾਦਸ਼ਾਹਤ ਸਿਧਾਂਤ ਦੇ ਵਿੱਚ ਜਿਹੜਿਆਂ ਕੁਝ ਨਿਯਮਾਂ ਦਾ ਪਾਲਣ ਕੀਤਾ। ਉਹਨੇ ਆਮ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ। ਉਹ ਹਰ ਆਮ ਖਾਸ ਨੂੰ ਨਹੀਂ ਮਿਲਦਾ ਸੀ, ਉਹ ਬਹੁਤ ਘੱਟ ਗਿਣੇ ਚੁਣੇ ਲੋਕਾਂ ਨੂੰ ਮਿਲਦਾ ਸੀਗਾ। ਜਦੋਂ ਵੀ ਉਹ ਮਿਲਦਾ ਸੀ ਤਾਂ ਇੱਕ ਕਾਇਦੇ ਦੇ ਅਧੀਨ ਮਿਲਦਾ ਸੀਗਾ। ਕਹਿਣ ਦਾ ਭਾਵ ਕੀ ਹੈ, ਉਹ ਕਦੇ ਵੀ ਪੂਰੇ ਕੱਪੜੇ ਪਹਿਨੇ ਬਿਨਾਂ ਲੋਕਾਂ ਦੇ ਵਿੱਚ ਨਹੀਂ ਸੀ ਆਉਂਦਾ। ਉਹ ਸ਼ਾਹੀ ਜਿਹੜਾ ਪੋਸ਼ਾਕ ਹੈ ਉਹ ਪਹਿਨ ਕੇ ਹੀ ਆਮ ਲੋਕਾਂ ਨੂੰ ਮਿਲਦਾ ਸੀਗਾ। ਕਦੇ ਕਿਹਾ ਜਾਂਦਾ ਹੈ ਕਿ ਉਸ ਨੂੰ ਅਧੂਰੇ ਕੱਪੜਿਆਂ ਦੇ ਵਿੱਚ ਕਦੇ ਕਿਸੇ ਨੇ ਦੇਖਿਆ ਨਹੀਂ ਸੀ। ਉਹਨੇ ਕਠੋਰ ਸ਼ਿਸ਼ਟਾਚਾਰ ਹੈ ਜਿਹੜਾ ਉਹਦਾ ਪਾਲਣ ਕੀਤਾ। ਕਹਿਣ ਦਾ ਭਾਵ ਕੀ ਹੈ ਕਿ ਜਿਹੜੇ ਉਹਦੇ ਦਰਬਾਰੀ ਸੀਗੇ ਉਹਨਾਂ ਲਈ ਵੀ ਉਹਨੇ ਇੱਕ ਨਿਯਮ ਬਣਾਏ। ਉਹਨਾਂ ਲਈ ਸ਼ਰਾਬ ਪੀਣਾ ਮਨਾ ਕਰਤਾ। ਜਿਹੜਾ ਦਰਬਾਰ ਹੈ, ਦਰਬਾਰ ਦੇ ਵਿੱਚ ਕੋਈ ਹੱਸ ਨਹੀਂ ਸਕਦਾ ਸੀਗਾ। ਜਦੋਂ ਰਾਜਾ ਆਉਂਦਾ ਸੀਗਾ, ਠੀਕ ਹੈ ਨਾ, ਤਾਂ ਉਹ ਸਾਰੇ ਖੜੇ ਹੁੰਦੇ ਸੀਗੇ। ਕੋਈ ਵੀ ਜਿਹੜਾ ਦਰਬਾਰੀ ਹੈ ਉਹ ਮੈਲੇ ਕੱਪੜੇ ਨਹੀਂ ਪਾ ਕੇ ਆ ਸਕਦਾ ਸੀਗਾ। ਕੋਈ ਵੀ ਦਰਬਾਰੀ ਹੈ ਜਿਹੜਾ ਉਹ ਬਿਨਾਂ ਕੱਪੜਿਆਂ ਤੋਂ ਜਾਂ ਘੱਟ ਕੱਪੜਿਆਂ ਦੇ ਨਾਲ ਦਰਬਾਰ ਦੇ ਵਿੱਚ ਨਹੀਂ ਆ ਸਕਦਾ ਸੀਗਾ। ਈਰਾਨੀ ਜਿਹੜੇ ਆਦਰਸ਼ ਸੀਗੇ ਉਹਨਾਂ ਦੀ ਪਾਲਣਾ ਕਰਨੀ ਉਹਨੇ ਸ਼ੁਰੂ ਕਰਤੀ। ਭਾਵ ਕੀ ਹੈ, ਉਹਨੇ ਸਜਦਾ, ਪੈਬੋਸ, ਭਾਵ ਕੀ ਹੈ, ਜਦੋਂ ਰਾਜਾ ਆਉਂਦਾ ਹੈ ਰਾਜੇ ਦੇ ਅੱਗੇ ਨੂੰ ਸਲਾਮ ਕਰਨਾ, ਝੁੱਕ ਕੇ ਸਲਾਮ ਕਰਨਾ, ਪੈਬੋਸ ਰਾਜੇ ਦਾ ਪੈਰ ਚੁੰਮਣਾ, ਹੈ ਨਾ। ਇਹ ਜਿਹੇ ਨਿਯਮ ਸੀਗੇ ਜਿਹੜੇ ਉਹ ਆਪਣੇ
ਵਿੱਚ ਲਾਗੂ ਕੀਤੇ ਆਪਣੇ ਦਰਬਾਰ ਦੇ ਵਿੱਚ। ਔਰ ਉਹਨੇ ਜਿਹੜੇ ਈਰਾਨੀ ਜਿਹੜੇ ਤਿਉਹਾਰ ਸੀਗੇ ਜਾਂ ਈਰਾਨੀ ਪਰੰਪਰਾਵਾਂ ਸੀਗੀਆਂ ਉਹਨਾਂ ਦਾ ਪਾਲਣ ਕਰਨਾ ਵੀ ਸ਼ੁਰੂ ਕਰ ਦਿੱਤਾ। ਇਹਦੇ ਨਾਲ ਕੀ ਹੋਇਆ ਕਿ ਜੋ ਇਲਤੁਤਮਿਸ਼ ਦੇ ਉੱਤਰਾਧਿਕਾਰੀਆਂ ਦੇ ਸਮੇਂ ਜਿਹੜੀ ਸ਼ਾਸਕ ਦੀ ਜਾਂ ਸੁਲਤਾਨ ਦੀ ਜਿਹੜੀ ਆਪਾਂ ਕਹਿ ਦਿੰਦੇ ਆ ਲੋਕਾਂ ਦੇ ਵਿੱਚ ਜਿਹੜੀ ਇੱਜ਼ਤ ਮਾਣ ਸੀਗਾ ਜਿਹੜਾ ਉਹ ਘੱਟ ਹੋਇਆ ਸੀ, ਉਹ ਫਿਰ ਉਨਾ ਹੀ ਹੋ ਗਿਆ। ਅੱਗੇ ਬਲਬਨ ਦੀਆਂ ਜਿਹੜੀਆਂ ਸਫਲਤਾਵਾਂ ਨੇ ਉਹਨਾਂ ਦੇ ਵਿੱਚ ਮੇਨ ਕੀ ਆਉਂਦਾ ਹੈ, ਜਿਹੜਾ ਸੈਨਾ ਵਿੱਚ ਸੁਧਾਰ। ਬਲਬਨ ਨੇ ਆਪਣੇ ਜਿਹੜੇ ਸੈਨਿਕ ਸੀਗੇ ਉਹਨਾਂ ਦੇ ਵਿੱਚ ਸੁਧਾਰ ਲਿਆਂਦਾ, ਉਹਨਾਂ ਨੂੰ ਪ੍ਰੋਪਰ ਢੰਗ ਦੇ ਨਾਲ ਸਿਖਲਾਈ ਦਿੱਤੀ ਜਾਣ ਲੱਗੀ, ਨਵੇਂ ਕਿਲਿਆਂ ਦੀ ਉਸਾਰੀ ਕਰਾਈ ਗਈ। ਜਿਸ ਤਰ੍ਹਾਂ ਉਦਾਹਰਨ ਵਜੋਂ ਸਮਾਣਾ, ਸੁਨਾਮ ਅਜਿਹੇ ਕਿਲੇ ਸੀਗੇ ਜਿਹੜੇ ਇੱਥੇ ਕਿਲਿਆਂ ਦੀ ਉਸਾਰੀ ਕਰਾਈ ਗਈ ਕੋਈ ਜਿੱਥੇ ਮੰਗੋਲਾਂ ਦਾ ਜ਼ਿਆਦਾ ਡਰ ਸੀਗਾ। ਜਿਹੜਾ ਨਿਆਂ ਸੀ ਬਲਬਨ ਦਾ ਉਹ ਬਿਲਕੁਲ ਨਿਰਪੱਖ, ਉਹਨੇ ਸ਼ਰੀਅਤ ਦੇ ਕਾਨੂੰਨ ਨੂੰ ਮੰਨਿਆ ਪਰ ਉਹਨੇ ਕਦੇ ਕਿਸੇ ਦੇ ਨਾਲ ਜਿਵੇਂ ਆਪਾਂ ਕਹਿ ਦਿੰਦੇ ਆ ਭੇਦਭਾਵ ਨਹੀਂ ਕੀਤਾ। ਔਰ ਜਿਹੜਾ ਉਹਦਾ ਦੰਡ ਵਿਧਾਨ ਸੀਗਾ ਉਹ ਇੰਨਾ ਕਠੋਰ ਸੀ ਕਿ ਅਪਰਾਧੀ ਅਪਰਾਧ ਕਰਨ ਤੋਂ ਪਹਿਲਾਂ 100 ਵਾਰ ਸੋਚਦੇ ਸੀਗੇ। ਕਿਉਂਕਿ ਹਰ ਇੱਕ ਨੂੰ ਨਿਆਂ ਉਪਲਬਧ ਸੀ ਔਰ ਦੂਸਰਾ ਜਿਹੜਾ ਦੋਸ਼ੀ ਹੁੰਦਾ ਸੀ ਉਹਨੂੰ ਕਠੋਰ ਦੰਡ ਦਿੱਤਾ ਜਾਂਦਾ ਸੀਗਾ। ਮੰਗੋਲਾਂ ਦੇ ਹਮਲਿਆਂ ਵਿਰੁੱਧ ਉਹਨੇ ਉਹ ਮੈਂ ਪਹਿਲਾਂ ਦੱਸ ਗਿਆ ਕਿ ਕਦਮ ਉਠਾਏ, ਨਵੇਂ ਕਿਲਿਆਂ ਦੀ ਉਸਾਰੀ ਕਰਾਈ, ਪੁਰਾਣੇ ਕਿਲਿਆਂ ਦੀ ਮੁਰੰਮਤ ਕਰਾਈ, ਜਿਹੜੇ ਸੈਨਿਕ ਸੀਗੇ ਉਹਨਾਂ ਨੂੰ ਨਵੇਂ ਹਥਿਆਰ, ਸਾਜੋ ਸਮਾਨ, ਘੋੜੇ ਹੋਰ ਉਪਲਬਧ ਕਰਾਏ। ਇਹਦੇ ਨਾਲ ਕੀ ਹੋਇਆ, ਜਿਹੜਾ ਮੰਗੋਲ ਸੀਗੇ, ਮੰਗੋਲ ਇੱਕ ਅਰਧ ਸੱਭਿਅਕ ਜਾਤੀ ਸੀਗੀ ਜਿਹੜੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜ਼ੁਲਮ ਕਰਨਾ ਜਿਨ੍ਹਾਂ ਦਾ ਸ਼ੌਂਕ ਸੀਗਾ, ਉਹ ਲੁੱਟਦੇ ਔਰ ਲੋਕਾਂ ਪਿੰਡਾਂ ਨੂੰ ਜਲਾ ਕੇ ਅੱਗੇ ਚਲੇ ਜਾਂਦੇ ਸੀਗੇ। ਪਰ ਬਲਬਨ ਨੇ ਆਪਣੀ ਜਿਹੜੀ ਹੈ ਨੀਤੀ ਦੇ ਨਾਲ ਮੰਗੋਲਾਂ ਤੋਂ ਜਿਹੜਾ ਦਿੱਲੀ ਸਲਤਨਤ ਸੀਗੀ ਉਹਦੀ ਸੁਰੱਖਿਆ ਕੀਤੀ। ਪਿਆਰੇ ਵਿਦਿਆਰਥੀਓ, ਇੱਥੋਂ ਬਲਬਨ ਤੋਂ ਬਾਅਦ ਇੱਕ ਨਵੇਂ ਵੰਸ਼ ਦੀ ਸਥਾਪਨਾ ਹੁੰਦੀ ਹੈ, ਖਲਜੀ ਵੰਸ਼ ਦੀ। ਬਲਬਨ ਤੋਂ ਬਾਅਦ ਗੁਲਾਮ ਵੰਸ਼ ਦੇ ਕਮਜ਼ੋਰ ਉੱਤਰਾਧਿਕਾਰੀ ਤੇ ਸੀਗੇ ਜਿਹੜੇ ਉਹ ਸੰਭਾਲ ਨਾ ਸਕੇ ਸਾਰੇ ਸਿਸਟਮ ਨੂੰ। ਸਿੱਟੇ ਵਜੋਂ ਕੀ ਹੋਇਆ ਕਿ ਜਲਾਲੂਦੀਨ ਜਿਹੜਾ ਖਲਜੀ ਸੀਗਾ ਉਹਦੀ ਅਗਵਾਈ ਦੇ ਵਿੱਚ ਇੱਕ ਕ੍ਰਾਂਤੀ ਹੁੰਦੀ ਹੈ ਜਿਹਨੂੰ ਅਸੀਂ ਖਲਜੀ ਕ੍ਰਾਂਤੀ ਕਹਿੰਦੇ ਹਾਂ। ਜਲਾਲੂਦੀਨ ਖਲਜੀ ਨੇ ਗੁਲਾਮ ਵੰਸ਼ ਦਾ ਅੰਤ ਕਰਤਾ। ਹੁਣ ਤੁਸੀਂ ਦੇਖੋ ਕੁਤਬਦੀਨ ਐਬਕ ਤੋਂ ਲੈ ਕੇ ਕੁਤਬਦੀਨ ਐਬਕ, ਇਲਤੁਤਮਿਸ਼ ਔਰ ਬਲਬਨ, ਤਿੰਨ ਜਿਹੜੇ ਮਹਾਨ ਸ਼ਾਸਕ ਸੀਗੇ ਇਹਨਾਂ ਨੂੰ ਅਸੀਂ ਗੁਲਾਮ ਵੰਸ਼ ਦੇ ਸ਼ਾਸਕ ਕਹਾਂਗੇ। ਹੁਣ ਇੱਥੇ ਜਲਾਲੂਦੀਨ ਖਲਜੀ ਆਉਂਦਾ ਹੈ 1290 ਦੇ ਵਿੱਚ, ਉਹ ਗੁਲਾਮ ਵੰਸ਼ ਦਾ ਅੰਤ ਕਰਦਾ ਹੈ ਅਤੇ ਇੱਕ ਜਿਹੜੀ ਆਪਾਂ ਕਹਿ ਦਿੰਦੇ ਆ ਨਵੇਂ ਵੰਸ਼ ਦੀ ਜਿਹੜੀ ਸਥਾਪਨਾ ਉਹ ਕਰਦਾ ਹੈ। ਉਹ ਨਵਾਂ ਵੰਸ਼ ਹੈ ਖਲਜੀ ਵੰਸ਼। ਪਿਆਰੇ ਵਿਦਿਆਰਥੀਓ, ਜਿਹੜਾ ਜਲਾਲੂਦੀਨ ਖਲਜੀ ਹੈ ਉਹ ਬਹੁਤ ਬਜ਼ੁਰਗ ਅਵਸਥਾ ਦੇ ਵਿੱਚ ਸ਼ਾਸਕ ਬਣਦਾ ਹੈ, ਕਿਉਂਕਿ ਆਮ ਦੇਖਦੇ ਹਾਂ ਜਦੋਂ ਵਿਅਕਤੀ ਬਜ਼ੁਰਗ ਹੋ ਜਾਂਦਾ ਹੈ ਉਸ ਦੀ ਸੋਚ ਦੇ ਵਿੱਚ ਬਹੁਤ ਅੰਤਰ ਆ ਜਾਂਦਾ ਹੈ। ਤਾਂ ਉਹੀ ਜਿਹੜਾ ਅੰਤਰ ਸੀਗਾ ਜਲਾਲੂਦੀਨ ਖਲਜੀ ਦੀ ਸੋਚ ਦੇ ਵਿੱਚ ਦੇਖਿਆ ਗਿਆ। ਬਜ਼ੁਰਗ ਸ਼ਾਸਕ ਜਿਹੜਾ ਜਲਾਲੂਦੀਨ ਸੀਗਾ ਉਹ ਜਿਹੜੇ ਅਪਰਾਧੀ ਸੀਗੇ ਉਹਨਾਂ ਨੂੰ ਵੀ ਉਹ ਮਾਫੀ ਦੇ ਦਿੰਦਾ ਹੈ ਔਰ ਕਿਸੇ ਨਾਲ ਕੋਈ ਸਖਤੀ ਨਹੀਂ ਕਰਦਾ। ਨਤੀਜੇ ਵਜੋਂ ਕੀ ਹੁੰਦਾ ਹੈ ਕਿ ਅਲਾਉਦੀਨ ਖਲਜੀ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲੱਗਣ ਲੱਗਦਾ ਹੈ ਕਿ ਜਿਹੜੀ ਦਿੱਲੀ ਸਲਤਨਤ ਹੈ ਉਹ ਖਤਰੇ ਦੇ ਵਿੱਚ ਹੈ। ਜੇ ਜਲਾਲੂਦੀਨ ਹੋਰ ਸਮਾਂ ਸ਼ਾਸਕ ਰਿਹਾ ਤਾਂ ਜਿਹੜੀ ਦਿੱਲੀ ਸਲਤਨਤ ਹੈ ਇਹ ਖਤਮ ਹੋ ਜਾਵੇਗੀ। ਤਾਂ ਨਤੀਜੇ ਵਜੋਂ ਕੀ ਹੈ, ਇੱਕ ਕੜਾ ਦੀ ਜਿੱਤ ਤੋਂ ਬਾਅਦ ਕਿਉਂਕਿ ਕੜਾ ਅਲਾਉਦੀਨ ਖਲਜੀ ਨੇ ਜਿੱਤਿਆ, ਕੜਾ ਦੀ ਜਿੱਤ ਤੋਂ ਬਾਅਦ ਜਦੋਂ ਜਲਾਲੂਦੀਨ ਖਲਜੀ ਤੇ ਅਲਾਉਦੀਨ ਖਲਜੀ ਦੀ ਭੇਟ ਹੁੰਦੀ ਹੈ ਤਾਂ ਉੱਥੇ ਅਲਾਉਦੀਨ ਖਲਜੀ ਜਲਾਲੂਦੀਨ ਖਲਜੀ ਦਾ ਕਤਲ ਕਰ ਦਿੰਦਾ ਹੈ। ਔਰ ਜਿਹੜਾ ਅਲਾਉਦੀਨ ਖਲਜੀ ਹੈ ਜਲਾਲੂਦੀਨ ਨਾਲ ਇਹਦਾ ਰਿਲੇਸ਼ਨ ਕੀ ਹੈ, ਸੰਬੰਧ ਕੀ ਹੈ, ਇਹ ਇਸ ਦਾ ਭਤੀਜਾ ਵੀ ਹੈ ਔਰ ਇਸ ਦਾ ਜਵਾਈ ਵੀ ਹੈ। ਪਿਆਰੇ ਵਿਦਿਆਰਥੀਓ, ਜਲਾਲੂਦੀਨ ਖਲਜੀ ਨੂੰ 1290 ਤੋਂ 1296 ਤੱਕ ਸ਼ਾਸਨ ਕਰਨ ਦਾ ਸਮਾਂ ਮਿਲਿਆ, ਪਰ ਫਿਰ ਵੀ ਜਲਾਲੂਦੀਨ ਖਲਜੀ ਦਾ ਜਿਹੜੀ ਯੋਗਦਾਨ ਹੈ ਉਹ ਮਹੱਤਵਪੂਰਨ ਹੈ, ਕਿਉਂਕਿ ਇੱਥੇ
ਗੁਲਾਮ ਵੰਸ਼ ਦਾ ਅੰਤ ਕਰਕੇ ਨਵੇਂ ਵੰਸ਼ ਦੀ ਨੀਂਹ ਹੈ ਜਿਹੜੀ ਉਹ ਜਲਾਲੂਦੀਨ ਖਲਜੀ ਹੈ ਉਹ ਰੱਖਦਾ। ਹੁਣ ਅਸੀਂ ਅੱਗੇ ਦੇਖਦੇ ਹਾਂ ਅਲਾਉਦੀਨ ਖਲਜੀ। ਅਲਾਉਦੀਨ ਖਲਜੀ 1296 ਈਸਵੀ ਵਿੱਚ ਗੱਦੀ ਉੱਤੇ ਬੈਠਿਆ ਅਤੇ 1316 ਈਸਵੀ ਤੱਕ ਉਸਨੇ ਸ਼ਾਸਨ ਕੀਤਾ। ਜਿਹੜਾ ਅਲਾਉਦੀਨ ਖਲਜੀ ਸੀ, ਕਿਉਂਕਿ ਇਸ ਨੂੰ ਜਿਹੜਾ ਰਾਜ ਮਿਲਿਆ ਸੀ ਉਹ ਰਾਜ ਕੋਈ ਖਿੰਡਿਆ ਪੁੰਡਿਆ ਨਹੀਂ ਸੀ, ਕਿਉਂਕਿ ਉਹਦੇ ਉੱਤੇ ਪਹਿਲਾਂ ਬਲਬਨ ਹੋਰਾਂ ਨੇ ਬਹੁਤ ਕੰਮ ਕੀਤਾ ਹੋਇਆ ਸੀ। ਬਲਬਨ ਹੋਰਾਂ ਨੇ ਸੰਗਠਿਤ ਬਣਾ ਲਿਆ ਸੀਗਾ। ਇਲਤੁਤਮਿਸ਼ ਦੇ ਯਤਨਾਂ ਸਦਕਾ, ਬਲਬਨ ਦੇ ਯਤਨਾਂ ਸਦਕਾ ਉਹ ਸੰਗਠਿਤ ਰਾਜ ਬਣ ਚੁੱਕਿਆ ਸੀਗਾ। ਔਰ ਹੁਣ ਅਲਾਉਦੀਨ ਖਲਜੀ ਨੂੰ ਸਮਾਂ ਸੀਗਾ ਉਹਦੇ ਕੋਲ ਕਿ ਉਹ ਸਾਮਰਾਜ ਦਾ ਵਿਸਥਾਰ ਕਰੇ। ਅਲਾਉਦੀਨ ਖਲਜੀ ਨੇ ਆਪਣੀਆਂ ਜਿੱਤਾਂ ਨਾਲ ਛੋਟੇ ਜਿਹੇ ਰਾਜ ਨੂੰ ਵਿਸ਼ਾਲ ਸਾਮਰਾਜ ਦੇ ਵਿੱਚ ਬਦਲ ਦਿੱਤਾ। ਹੁਣ ਤੁਸੀਂ ਇੱਕ ਚੀਜ਼ ਦੇਖਦੇ ਹਾਂ, ਕੋਈ ਵੀ ਜਿਹੜਾ ਸਫਲ ਵਿਅਕਤੀ ਹੈ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ, ਉਹਦੀ ਸਫਲਤਾ ਦਾ ਸਿਹਰਾ ਜਿਹੜਾ ਹੁੰਦਾ ਉਹਦੇ ਨਾਲ ਇੱਕ ਟੀਮ ਹੁੰਦੀ ਹੈ, ਉਸ ਟੀਮ ਦੇ ਸਿਰ ਹੁੰਦਾ। ਉਹ ਟੀਮ ਕੰਮ ਕਰਦੀ ਹੈ ਤਾਂ ਉਸ ਵਿਅਕਤੀ ਨੂੰ ਸਫਲਤਾ ਮਿਲਦੀ ਹੈ। ਇਸੇ ਤਰ੍ਹਾਂ ਜਿਹੜੀਆਂ ਉਹਦੀਆਂ ਜਿੱਤਾਂ ਨੇ ਉਹਨਾਂ ਦੇ ਵਿੱਚ ਜਿਹੜੇ ਉਹਦੇ ਸੈਨਾਪਤੀ ਸੀਗੇ ਅਲਪ ਖਾਂ, ਨੁਸਰਤ ਖਾਂ, ਜਾਫਰ ਖਾਂ ਜਾਂ ਮਲਕ ਕਫੂਰ, ਇਹਨਾਂ ਦਾ ਵਿਸ਼ੇਸ਼ ਯੋਗਦਾਨ ਸੀ। ਇੱਥੇ ਥੋੜ੍ਹਾ ਜ਼ਿਕਰ ਮੈਂ ਮਲਕ ਕਫੂਰ ਦਾ ਕਰੂੰਗਾ ਕਿ ਮਲਕ ਕਫੂਰ ਅਸੀਂ ਜਿਹੜਾ ਉਹ ਅਜਿਹਾ ਵਿਅਕਤੀ ਸੀ ਜਿਹਨੇ ਦੱਖਣ ਭਾਰਤ ਨੂੰ ਜਿੱਤਣ ਦੇ ਵਿੱਚ ਅਲਾਉਦੀਨ ਖਲਜੀ ਦੀ ਬਹੁਤ ਜ਼ਿਆਦਾ ਮਦਦ ਕੀਤੀ। ਅਲਾਉਦੀਨ ਖਲਜੀ ਨੇ ਜਿਹੜੀਆਂ ਰਾਜਪੂਤ ਰਿਆਸਤਾਂ ਸੀਗੀਆਂ, ਜਿਸ ਤਰ੍ਹਾਂ ਗੁਜਰਾਤ, ਰਣਥੰਭੌਰ, ਚਿਤੌੜ, ਮਾਲਵਾ ਆਦਿ ਜਿਹੜੇ ਖੇਤਰ ਸੀਗੇ ਉੱਤਰ ਭਾਰਤ ਦੇ, ਇਹਨਾਂ ਨੂੰ ਜਿੱਤਿਆ ਅਤੇ ਆਪਣੇ ਸਾਮਰਾਜ ਦਾ ਜਿਹੜਾ ਵਿਸਥਾਰ ਹੈ ਉਹ ਕੀਤਾ। ਜਿਹੜਾ ਅਲਾਉਦੀਨ ਖਲਜੀ ਪਹਿਲਾ ਸ਼ਾਸਕ ਸੀਗਾ ਜਿਸ ਨੇ ਦੱਖਣ ਭਾਰਤ ਨੂੰ ਜਿੱਤਿਆ। ਉਹਨੇ ਦੇਵਗਿਰੀ, ਵਾਰੰਗਲ, ਦੁਆਰ ਸਮੁੰਦਰ, ਮਦੁਰਾ ਆਦਿ 'ਤੇ ਜਿੱਤ ਪ੍ਰਾਪਤ ਕੀਤੀ। ਅਲਾਉਦੀਨ ਖਲਜੀ ਦੇ ਸ਼ਾਸਨ ਕਾਲ ਵਿੱਚ ਸਭ ਤੋਂ ਵੱਧ ਮੰਗੋਲਾਂ ਦੇ ਹਮਲੇ ਹੋਏ। ਇੱਕ ਕੁਐਸਚਨ ਇੱਥੇ ਵਿਦਿਆਰਥੀਓ ਇਹ ਬਣਦਾ ਹੈ ਕਿ ਸਭ ਤੋਂ ਵੱਧ ਮੰਗੋਲਾਂ ਦੇ ਹਮਲੇ ਕਿਸ ਦੇ ਕਾਲ ਵਿੱਚ ਹੁੰਦੇ ਨੇ? ਉਹ ਅਲਾਉਦੀਨ ਖਲਜੀ ਦੇ ਕਾਲ ਦੇ ਵਿੱਚ ਹੁੰਦੇ ਨੇ। ਅੱਗੇ ਜਿਹੜਾ ਅਲਾਉਦੀਨ ਖਲਜੀ ਹੈ ਇਹਦੇ ਸੁਧਾਰ ਨੇ, ਦੋ ਤਰ੍ਹਾਂ ਦੇ ਸੁਧਾਰਾਂ ਦੀ ਗੱਲ ਕਰਾਂਗੇ। ਇੱਕ ਤਾਂ ਇਹਦੇ ਆਰਥਿਕ ਸੁਧਾਰ, ਦੂਸਰੇ ਦੇ ਸੈਨਿਕ ਸੁਧਾਰ। ਪਿਆਰੇ ਵਿਦਿਆਰਥੀਓ, ਅਲਾਉਦੀਨ ਖਿਲਜੀ ਹੈ ਜਿਹੜਾ ਇਹਨੂੰ ਉਹਦੇ ਸੁਧਾਰਾਂ ਕਰਕੇ ਯਾਦ ਕੀਤਾ ਜਾਂਦਾ ਹੈ। ਜਿਹੜੇ ਇਹਦੇ ਆਰਥਿਕ ਸੁਧਾਰ ਨੇ ਜਾਂ ਇਹਦੀ ਬਾਜ਼ਾਰ ਪ੍ਰਣਾਲੀ ਹੈ ਉਹ ਸਭ ਤੋਂ ਅਹਿਮ ਹੈ, ਕਿਉਂਕਿ ਮੱਧਕਾਲ ਦੇ ਵਿੱਚ ਆਰਥਿਕ ਸੁਧਾਰਾਂ ਬਾਰੇ ਸੋਚਣਾ ਜਾਂ ਉਹਨੂੰ ਲਾਗੂ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਹੁਣ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਆਰਥਿਕ ਸੁਧਾਰਾਂ ਦੀ ਜ਼ਰੂਰਤ ਕਿਉਂ ਪਈ। ਅਲਾਉਦੀਨ ਖਲਜੀ ਨੂੰ ਆਰਥਿਕ ਸੁਧਾਰਾਂ ਦੀ ਜ਼ਰੂਰਤ ਹੈ ਜਿਹੜੀ ਉਹ ਕਿਉਂ ਪਈ? ਸਭ ਤੋਂ ਪਹਿਲਾਂ ਮੈਂ ਜਿਵੇਂ ਪਹਿਲਾਂ ਦੱਸ ਕੇ ਗਿਆ ਤੁਹਾਨੂੰ ਕਿ ਮੰਗੋਲਾਂ ਦੇ ਹਮਲੇ ਸੀਗੇ ਜਿਹੜੇ ਉਹ ਅਲਾਉਦੀਨ ਖਲਜੀ ਦੇ ਕਾਲ ਵਿੱਚ ਸਭ ਤੋਂ ਵੱਧ ਹੁੰਦੇ ਨੇ। ਹੁਣ ਜਿਹੜੇ ਹਮਲੇ ਹੁੰਦੇ ਨੇ ਤਾਂ ਇਹਨਾਂ ਹਮਲਿਆਂ ਤੋਂ ਸਾਮਰਾਜ ਨੂੰ ਸੁਰੱਖਿਅਤ ਰੱਖਣਾ ਸ਼ਾਸਕ ਦਾ ਫਰਜ਼ ਹੈ। ਔਰ ਜਿਹੜਾ ਇਹਨੂੰ ਸੁਰੱਖਿਅਤ ਰੱਖਣ ਲਈ ਜਿਹੜਾ ਸਾਮਰਾਜ ਹੈ, ਸਾਮਰਾਜ ਨੂੰ ਸੁਰੱਖਿਅਤ ਰੱਖਣ ਲਈ ਇੱਕ ਵਿਸ਼ਾਲ ਸੈਨਾ ਦੀ ਲੋੜ ਹੈ ਜਿਹੜੀ ਉਹ ਪਵੇਗੀ ਜਾਂ ਪਈ। ਹੁਣ ਜਿਹੜੀ ਸੈਨਾ ਹੈ, ਜੇ ਤੁਸੀਂ ਵਿਸ਼ਾਲ ਸੈਨਾ ਰੱਖੋਗੇ ਤਾਂ ਉਹਦੇ ਲਈ ਤੁਹਾਨੂੰ ਕਾਫੀ ਸਾਰੇ ਧਨ ਦੀ ਜ਼ਰੂਰਤ ਹੋਵੇਗੀ। ਹੁਣ ਕਹਾਣੀ ਇੱਥੇ ਹੈ ਕਿ ਅਲਾਉਦੀਨ ਖਲਜੀ ਦੇ ਸਮੇਂ ਜਿਹੜਾ ਸ਼ਾਹੀ ਖਜ਼ਾਨਾ ਹੈ ਉਹਦੀ ਸਥਿਤੀ ਮਾੜੀ ਹੈ, ਧਨ ਤੁਹਾਡੇ ਕੋਲ ਹੈ ਨਹੀਂ, ਤਾਂ ਉੱਥੇ ਇੱਕ ਉਹ ਯੋਜਨਾ ਲਾਗੂ ਕਰਦਾ ਜਾਂ ਇੱਕ ਸਕੀਮ ਲਾਗੂ ਕਰਦਾ ਜਾਂ ਇੱਕ ਨੀਤੀ ਬਣਾਉਂਦਾ ਹੈ ਕਿ ਉਹ ਬਾਜ਼ਾਰ ਦੇ ਉੱਤੇ ਸ਼ਾਹੀ ਕੰਟਰੋਲ ਸਥਾਪਿਤ ਕਰ ਲੈਂਦਾ। ਜਿਹੜੀ ਬਾਜ਼ਾਰ ਪ੍ਰਣਾਲੀ ਹੈ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ? ਪਹਿਲਾਂ ਇੱਕ ਤੁਹਾਨੂੰ ਉਹ ਦੱਸਦਾ। ਜੇ ਹੁਣ ਕੁਐਸਚਨ ਆਉਂਦਾ ਹੈ ਕਿ ਆਰਥਿਕ ਸੁਧਾਰਾਂ ਦੀ ਕੀ ਲੋੜ ਸੀ ਜਾਂ ਬਾਜ਼ਾਰ ਪ੍ਰਣਾਲੀ ਦੀ ਕੀ ਲੋੜ ਸੀ, ਤਾਂ ਇੱਕ ਕਾਰਨ ਨੂੰ ਦੂਜੇ ਨਾਲ ਰਿਲੇਟ ਕਰਕੇ ਯਾਦ ਰੱਖਣਾ ਸੌਖਾ ਹੈ ਕਿ ਮੰਗੋਲਾਂ ਦੇ ਹਮਲਿਆਂ ਤੋਂ ਸੁਰੱਖਿਆ ਦੀ ਲੋੜ, ਸੁਰੱਖਿਆ ਲਈ ਵਿਸ਼ਾਲ ਸੈਨਾ ਲਈ ਚਾਹੀਦਾ ਧਨ ਤਾਂ ਖਜ਼ਾਨੇ ਦੀ ਜਿਹੜੀ ਸਥਿਤੀ ਆ ਉਹ ਵਧੀਆ ਨਹੀਂ ਸੀ। ਇਸ ਕਰਕੇ ਉਹਨੂੰ ਬਾਜ਼ਾਰ ਪ੍ਰਣਾਲੀ ਹੈ ਜਿਹੜੀ ਉਹ ਲਾਗੂ ਕਰਨੀ ਪਈ। ਬਾਜ਼ਾਰ ਪ੍ਰਣਾਲੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਲਾਉਦੀਨ ਖਲਜੀ ਨੇ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੀਆਂ ਕੀਮਤਾਂ ਨੇ ਉਹ ਤੈਅ ਕਰਤੀਆਂ, ਉਹ ਨਿਸ਼ਚਿਤ ਕਰਤੀਆਂ। ਉਹਨੇ ਜਿਹੜਾ 7.5 ਜੀਤਲ ਪ੍ਰਤੀ ਮਣ ਕਣਕ ਤੈਅ ਕਰਤੀ। ਇਸੇ ਤਰ੍ਹਾਂ 5 ਜੀਤਲ ਪ੍ਰਤੀ ਮਣ
दालां तय करतीਆਂ, ਲੈ ਕੇ ਸੂਈ ਤੋਂ ਹਾਥੀ ਤੱਕ ਹਰ ਇੱਕ ਚੀਜ਼ ਦਾ ਰੇਟ ਹੈ ਜਿਹੜਾ ਉਹ ਫਿਕਸ ਕਰਤਾ। ਦੂਜਾ, ਇਹਨਾਂ ਚੀਜ਼ਾਂ ਦੀ ਪ੍ਰਾਪਤੀ ਤੇ ਭੰਡਾਰ ਦਾ ਉਹਨੇ ਸਪੈਸ਼ਲ ਪ੍ਰਬੰਧ ਕੀਤਾ। ਉਹਨੇ ਲੋਕਾਂ ਲਈ ਤੈਅ ਕਰਤਾ ਇਸ ਤੋਂ ਵੱਧ ਕਣਕ ਤੁਸੀਂ ਆਪਦੇ ਕੋਲ ਅਨਾਜ ਹੈ ਜਿਹੜਾ ਉਹ ਤੁਸੀਂ ਨਹੀਂ ਰੱਖ ਸਕਦੇ। ਸਰਕਾਰੀ ਗੋਦਾਮਾਂ ਦੇ ਵਿੱਚ ਅਨਾਜ ਹੈ ਜਿਹੜਾ ਉਹ ਰੱਖਿਆ ਗਿਆ, ਉਹਦਾ ਜਿਹੜੀ ਵੰਡ ਹੈ ਉਹ ਆਪਦੇ ਹਿਸਾਬ ਨਾਲ ਕੀਤੀ ਗਈ। ਮੰਡੀਆਂ ਦੇ ਵਿੱਚ ਸਹਾਨਾ ਇਹ ਮੰਡੀ ਨਾਮ ਦਾ ਇੱਕ ਅਧਿਕਾਰੀ ਹੈ ਜਿਹੜਾ ਉਹ ਨਿਯੁਕਤ ਕੀਤਾ ਗਿਆ। ਔਰ ਜਿਹੜਾ ਸਹਾਨਾ ਇਹ ਮੰਡੀ ਹੈ ਇਹਦਾ ਕੰਮ ਕੀ ਸੀ, ਇਹਨੇ ਇਹ ਦੇਖਣਾ ਸੀ ਕਿ ਕੋਈ ਵੱਧ ਰੇਟ ਤੇ ਤਾਂ ਨਹੀਂ ਦੇ ਰਿਹਾ ਜਾਂ ਕੋਈ ਘੱਟ ਤਾਂ ਨਹੀਂ ਤੋਲ ਰਿਹਾ। ਪਿਆਰੇ ਵਿਦਿਆਰਥੀਓ, ਅਲਾਉਦੀਨ ਖਲਜੀ ਦਾ ਸਿਸਟਮ ਜਾਂ ਉਹਦਾ ਨਿਯਮ ਸੀ ਕਿ ਜੇਕਰ ਕੋਈ ਵਿਅਕਤੀ ਤੈਅ ਕੀਤੇ ਗਏ ਮੁੱਲ ਤੋਂ ਵੱਧ ਪੈਸੇ ਵਸੂਲਦਾ ਹੈ ਜਾਂ ਜੀਤਲ ਵਸੂਲਦਾ ਹੈ ਤਾਂ ਉਸ ਦੇ ਓਨੇ ਹੀ ਕੋੜੇ ਮਾਰੇ ਜਾਂਦੇ ਸੀਗੇ ਜਿੰਨੇ ਉਹਨੇ ਵੱਧ ਵਸੂਲੇ ਨੇ। ਜੇ ਉਹ ਘੱਟ ਤੋਲਦਾ ਹੈ ਤਾਂ ਉਹਦੇ ਸਰੀਰ 'ਚੋਂ ਓਨਾ ਹੀ ਮਾਸ ਕੱਢ ਕੇ ਉਹਦੀ ਪੂਰਤੀ ਕੀਤੀ ਜਾਂਦੀ ਸੀ। ਕਹਿਣ ਦਾ ਭਾਵ ਕੀ ਹੈ, ਜਿਹੜੀਆਂ ਸਜ਼ਾਵਾਂ ਸੀਗੀਆਂ ਉਹ ਇੰਨੀਆਂ ਸਖਤ ਦਿੱਤੀਆਂ ਗਈਆਂ ਕਿ ਬੇਈਮਾਨੀ ਜਾਂ ਕਾਲਾ ਬਾਜ਼ਾਰੀ ਹੈ ਜਿਹੜੀ ਉਹ ਬਾਜ਼ਾਰ ਦੇ ਵਿੱਚੋਂ ਬੰਦ ਹੋ ਗਈ। ਇਹਦਾ ਪ੍ਰਭਾਵ ਕੀ ਪਿਆ? ਇਹਦਾ ਪ੍ਰਭਾਵ ਇਹ ਪਿਆ ਕਿ ਅਲਾਉਦੀਨ ਖਲਜੀ ਦੇ ਜਿਹੜੇ ਸੈਨਿਕ ਸੀਗੇ ਉਹ ਬਹੁਤ ਥੋੜ੍ਹੇ ਧਨ ਦੇ ਨਾਲ ਆਪਦਾ ਵਧੀਆ ਗੁਜ਼ਾਰਾ ਜਿਹੜਾ ਉਹ ਕਰਨ ਲੱਗ ਪਏ। ਹੁਣ ਆਉਂਦਾ ਅਲਾਉਦੀਨ ਖਲਜੀ ਦਾ ਸੈਨਿਕ ਸੁਧਾਰ। ਇੱਥੇ ਕਈ ਕੁਐਸਚਨ ਮਹੱਤਵਪੂਰਨ ਬਣਦੇ ਨੇ। ਜਿਹੜਾ ਅਲਾਉਦੀਨ ਖਲਜੀ ਆ ਉਹ ਪਹਿਲਾ ਸ਼ਾਸਕ ਸੀ ਜਿਸ ਨੇ ਸਥਾਈ ਸੈਨਾ ਰੱਖੀ। ਸਥਾਈ ਤੋਂ ਭਾਵ ਕੀ ਆ? ਪਰਮਾਨੈਂਟ ਸੈਨਾ, ਕਿ ਤੁਹਾਨੂੰ ਤਨਖਾਹ ਦਿੱਤੀ ਜਾਊਗੀ। ਨਗਦ ਤਨਖਾਹਾਂ ਦਿੱਤੀਆਂ ਨੇ। ਉਸ ਤੋਂ ਪਹਿਲਾਂ ਕੀ ਆ, ਲੁੱਟ ਦਾ ਜਿਹੜਾ ਮਾਲ ਹੁੰਦਾ ਸੀ ਉਹ 'ਚੋਂ ਇੱਕ ਹਿੱਸਾ ਤੈਅ ਹੁੰਦਾ ਸੀ ਸੈਨਿਕਾਂ ਦਾ। ਇਸ ਨੇ ਦਾਗ ਤੇ ਹੁਲੀਆ ਪ੍ਰਥਾ, ਭਾਵ ਕੀ ਆ, ਘੋੜੇ ਨੂੰ ਦਾਗ ਦੇਣਾ ਔਰ ਜਿਹੜਾ ਸੈਨਿਕ ਹੈ ਉਹਦਾ ਹੁਲੀਆ ਲਿਖਿਆ ਜਾਣਾ, ਉਹ ਸ਼ੁਰੂ ਕੀਤਾ। ਇਹ ਸੀਗੇ ਇਹਦੇ ਸੈਨਿਕ ਸੁਧਾਰ। ਪਿਆਰੇ ਵਿਦਿਆਰਥੀਓ, ਹੁਣ ਅੱਗੇ ਆਪਾਂ ਜਿੰਨਾ ਹੁਣ ਤੱਕ ਪੜ੍ਹਿਆ ਇਹਦੀ ਦੁਹਰਾਈ ਕਰਦੇ ਹਾਂ। ਦੁਹਰਾਈ ਦੇ ਵਿੱਚ ਕੀ ਆ? ਮੁਹੰਮਦ ਗੌਰੀ ਦਾ ਇੱਕ ਦਾਸ ਕੁਤਬਦੀਨ ਐਬਕ ਭਾਰਤ ਵਿੱਚ ਤੁਰਕੀ ਰਾਜ ਦਾ ਮੋਢੀ ਸੀ। ਦਿਆਲੂ ਤੇ ਦਾਨੀ ਹੋਣ ਕਾਰਨ ਕੁਤਬਦੀਨ ਐਬਕ ਨੂੰ ਲੱਖ ਬਖਸ਼ ਜਾਂ ਲੱਖ ਦਾਤਾ ਕਿਹਾ ਜਾਂਦਾ ਸੀ। 1210 ਈਸਵੀ ਵਿੱਚ ਚੁਗਾਨ ਖੇਡਦੇ ਸਮੇਂ ਘੋੜੇ ਤੋਂ ਡਿੱਗਣ ਕਾਰਨ ਕੁਤਬਦੀਨ ਐਬਕ ਦੀ ਮੌਤ ਹੋ ਗਈ। ਇਲਤੁਤਮਿਸ਼ ਕੁਤਬਦੀਨ ਐਬਕ ਦਾ ਇੱਕ ਗੁਲਾਮ ਸੀ। ਉਸਨੇ ਲਾਹੌਰ ਦੀ ਥਾਂ ਦਿੱਲੀ ਨੂੰ ਰਾਜਧਾਨੀ ਬਣਾਇਆ। ਇਲਤੁਤਮਿਸ਼ ਨੇ ਤਾਂਬੇ ਦਾ ਜੀਤਲ ਅਤੇ ਚਾਂਦੀ ਦਾ ਟੰਕਾ ਨਾਮਕ ਸਿੱਕੇ ਚਲਾਏ। ਟੰਕੇ ਦਾ ਹੀ ਵਿਗੜਿਆ ਰੂਪ ਅੱਜ ਟਕਾ ਹੈ। ਬੰਗਲਾਦੇਸ਼ ਦੀ ਜਿਹੜੀ ਰਾਸ਼ਟਰੀ ਕਰੰਸੀ ਆ ਉਹ ਵੀ ਟਕਾ ਹੈ। ਸ਼ਾਸਨ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਇਲਤੁਤਮਿਸ਼ ਨੇ ਚਾਲੀਸਾ ਦਾ ਗਠਨ ਕੀਤਾ। ਚਾਲੀਸਾ 40 ਤੁਰਕ ਸਰਦਾਰਾਂ ਦੀ ਇੱਕ ਸੰਸਥਾ ਸੀ। ਗਿਆਸੂਦੀਨ ਬਲਬਨ ਇਲਤੁਤਮਿਸ਼ ਦਾ ਇੱਕ ਗੁਲਾਮ ਸੀ। ਬਲਬਨ ਨੂੰ ਗੁਲਾਮਾਂ ਦਾ ਗੁਲਾਮ ਕਿਹਾ ਜਾਂਦਾ ਹੈ ਕਿਉਂਕਿ ਬਲਬਨ ਦਾ ਮਾਲਕ ਇਲਤੁਤਮਿਸ਼ ਵੀ ਕੁਤਬਦੀਨ ਐਬਕ ਦਾ ਗੁਲਾਮ ਸੀ। ਬਲਬਨ ਨੂੰ ਲਹੂ ਤੇ ਲੋਹੇ ਦੀ ਨੀਤੀ ਕਾਰਨ ਜਾਣਿਆ ਜਾਂਦਾ ਹੈ। ਜਲਾਲੂਦੀਨ ਖਲਜੀ ਨੇ ਗੁਲਾਮ ਵੰਸ਼ ਦਾ ਅੰਤ ਕਰਕੇ 1290 ਈਸਵੀ ਵਿੱਚ ਖਲਜੀ ਵੰਸ਼ ਦੀ ਸਥਾਪਨਾ ਕੀਤੀ। ਅਲਾਉਦੀਨ ਖਲਜੀ ਦੇ ਸ਼ਾਸਨ ਕਾਲ ਵਿੱਚ ਸਭ ਤੋਂ ਵੱਧ ਮੁਗਲਾਂ ਦੇ ਜਿਹੜੇ ਹਮਲੇ ਉਹ ਹੋਏ। ਅਲਾਉਦੀਨ ਖਲਜੀ ਨੂੰ ਆਰਥਿਕ ਸੁਧਾਰ ਜਾਂ ਬਾਜ਼ਾਰ ਪ੍ਰਣਾਲੀ ਅਤੇ ਸੈਨਿਕ ਸੁਧਾਰਾਂ ਕਾਰਨ ਜਾਣਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਕਿਉਂਕਿ ਸਲਤਨਤ ਕਾਲ ਹੈ ਜਿਹੜਾ ਇਹ ਦੋ ਭਾਗਾਂ ਦੇ ਵਿੱਚ ਕਰਾਂਗੇ, ਇਸ ਕਰਕੇ ਪਹਿਲੇ ਭਾਗ ਦਾ ਅੰਤ ਹੁੰਦਾ ਹੈ। ਇੱਥੇ ਪਿਆਰੇ ਵਿਦਿਆਰਥੀਓ ਗੁਲਾਮ ਵੰਸ਼ ਦੇ ਸ਼ਾਸਕਾਂ ਦੀ ਤੁਸੀਂ ਸੂਚੀ ਬਣਾ ਸਕਦੇ ਹੋ। ਦਿੱਲੀ ਸਲਤਨਤ ਦੇ ਰਾਜਵੰਸ਼ਾਂ ਦੀ ਸੂਚੀ ਬਣਾਓ। ਅਲਾਉਦੀਨ ਖਲਜੀ ਦੇ ਆਰਥਿਕ ਸੁਧਾਰ ਨੇ ਜਿਹੜੇ, ਜਾਂ ਉਹਦੀ ਬਾਜ਼ਾਰ ਪ੍ਰਣਾਲੀ ਹੈ, ਜਾਂ ਉਹਦੇ ਸੈਨਿਕ ਸੁਧਾਰ ਨੇ, ਉਹਨਾਂ ਦੀ ਜਮਾਤ ਦੇ ਵਿੱਚ ਚਰਚਾ ਕਰੋ। ਅਧਿਆਪਕ ਦੀ ਮਦਦ ਲਓ, ਠੀਕ ਹੈ ਨਾ। ਇਸ ਤੋਂ ਬਿਨਾਂ ਜਿਹੜਾ ਅਗਲਾ ਪਾਰਟ ਹੋਊਗਾ ਉਸ ਦੇ ਵਿੱਚ ਤੁਗਲਕ ਵੰਸ਼, ਸਾਇਦ ਵੰਸ਼, ਲੋਧੀ ਵੰਸ਼ ਅਤੇ ਜਿਹੜੀ ਕੀ ਹੈ ਸਲਤਨਤ ਦੀ ਅਧੀਨ ਕਲਾ, ਇਹਦਾ ਸਾਰਾ ਉਹ ਕਰਾਂਗੇ। ਧੰਨਵਾਦ।